ਪ੍ਰੋਬੇਸ਼ਨ ਤੋਂ ਬਾਅਦ ਵੀ ਸਾਡੀ ਜੋਬ ਫਿਕਸ ਨਹੀਂ ਹੁੰਦੀ ਗਾਈਜ਼। ਕੈਨ ਵੀ ਗੈਟ PR ਵਿਦ ਸਿਕਿਉਰਿਟੀ? ਤੁਹਾਨੂੰ ਫੀਲਡ ਜੋਬ ਮਿਲ ਰਹੀ ਆ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਆਪਣੀ ਸਿਕਿਉਰਿਟੀ ਜੋਬ ਛੱਡ ਕੇ ਫੀਲਡ ਜੋਬ ਕਰਨੀ ਜਾਓ। ਕਲੀਅਰਲੀ ਦੱਸੂੰਗਾ ਕਿ ਕਿੱਦਾਂ ਪੇ ਵਰਕਆਊਟ ਕਰਦੀ ਆ ਸੀਗਾ ਉਹਦਾ ਰਿਜ਼ਲਟ। ਲਾਈਕ ਤੁਹਾਨੂੰ ਲੋਕ ਬਹੁਤ ਕਹਿੰਦੇ ਆ ਕਿ $200 $300 ਬਣਦਾ ਫਲੈਟ, ਇੱਦਾਂ ਨਹੀਂ ਬਣਦਾ। ਹੇ ਵਾਟਸ ਅਪ ਗਾਇਜ਼, ਮੈਂ ਤੁਹਾਡਾ ਆਨੰਦ ਆ ਗਿਆ ਕਿ ਨਵੇਂ ਵਲੌਗ ਦੇ ਨਾਲ। ਸੋ ਜਗ੍ਹਾ ਵੀ ਉਹੀ ਆ, ਟਾਈਮ ਵੀ ਉਹੀ ਆ, ਕੱਪੜੇ ਵੀ ਉਹੀ ਆ, ਪਰ ਅੱਜ ਆਪਾਂ ਗੱਲ ਕਰਾਂਗੇ ਮੇਰੀ ਸਿਕਿਉਰਿਟੀ ਜੋਬ ਬਾਰੇ। ਆਪਾਂ ਗੱਲ ਕਰਾਂਗੇ ਸਿਕਿਉਰਿਟੀ ਦੀ ਜੋਬ ਬਾਰੇ, ਇਹਦਾ ਐਕਸਪੀਰੀਅੰਸ ਬਾਰੇ ਕਿ ਕਿੱਦਾਂ ਐਕਸਪੀਰੀਅੰਸ ਹੁੰਦਾ, ਕਿੱਦਾਂ ਜੋਬ ਹੁੰਦੀ ਆ, ਪੇ ਹੁੰਦੀ ਆ, ਲੋਕੇਸ਼ਨ ਹੁੰਦੀਆਂ ਨੇ, ਸਾਈਟਸ ਹੁੰਦੀਆਂ ਹੈ ਨਾ। ਸੋ ਆਪਾਂ ਸਟੈਪ ਬਾਏ ਸਟੈਪ ਸਾਰਾ ਕੁਛ ਅੱਜ ਚੱਕ ਦੇਣਾ, ਆਪਾਂ ਕਲੀਅਰ ਚਿੱਟ ਦੇ ਨਾਲ ਤੁਹਾਨੂੰ ਸਾਰਾ ਕੁਝ ਐਕਚੁਅਲ ਦੱਸ ਦੇਣਾ। ਮੇਨ ਪਰਸਪੈਕਟਿਵ ਮੇਰਾ ਵੀਡੀਓ ਇਹ ਬਣਾਉਣ ਦਾ ਇਹ ਆ ਕਿ ਮੈਂ ਤੁਹਾਨੂੰ ਗਾਈਡੈਂਸ ਸਹੀ ਦੇ ਸਕਾਂ, ਠੀਕ ਆ। ਜਦੋਂ ਮੈਂ ਸਿਕਿਉਰਿਟੀ ਜੋਬ ਅਪਲਾਈ ਕਰਨੀ ਸੀਗੀ, ਮੈਨੂੰ ਐਕਚੁਅਲ ਗਾਈਡੈਂਸ ਨਹੀਂ ਮਿਲੀ ਸੀਗੀ ਕਿ ਕਿਵੇਂ ਜੋਬ ਅਪਲਾਈ ਕਰੀ ਦੀ ਆ, ਕਿੰਨਾ ਪੇ ਰੇਟ ਹੋਣਾ ਚਾਹੀਦਾ, ਕੁਛ ਵੀ ਨਹੀਂ ਪਤਾ ਸੀਗਾ। ਜੋ ਕੰਪਨੀ ਵਾਲਿਆਂ ਨੇ ਪੇ ਆਫਰ ਕੀਤੀ ਸੀਗੀ ਮੈਂ ਪੇ ਚੱਕ ਲਈ ਸੀਗੀ, ਬਟ ਐਕਚੁਅਲ ਫਿਰ ਵੀ ਠੀਕ ਸੀਗੀ। ਸੋ ਆਪਾਂ ਇਹ ਵੀਡੀਓ ਕੁਛ ਪਾਰਟਸ ਦੇ ਵਿੱਚ ਡਿਵਾਈਡ ਕੀਤੀ ਆ। ਪਹਿਲਾਂ ਆਪਾਂ ਗੱਲ ਕਰਾਂਗੇ ਲਾਇਸੈਂਸ ਬਾਰੇ, ਦੂਜੀ ਜੋਬ ਬਾਰੇ, ਤੀਜੀ ਯੂਨੀਫਾਰਮ ਬਾਰੇ, ਚੌਥੀ ਪੇ ਬਾਰੇ, ਫਿਰ ਪ੍ਰਮੋਸ਼ਨਸ, PR ਅਤੇ ਲਾਸਟ 'ਤੇ ਆਪਾਂ ਗੱਲ ਕਰਾਂਗੇ ਚੈਲੰਜਿਸ ਬਾਰੇ, ਜੋ ਅਸੀਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਐਜ਼ ਅ ਟੈਂਪਰੇਰੀ ਵੀਜ਼ਾ ਹੋਲਡਰਸ, ਐਜ਼ ਅ ਵਰਕ ਪਰਮਿਟ ਹੋਲਡਰਸ, ਐਕਸੈਪਟ PR ਜਾਂ ਕੁਛ ਵੀ ਲਗਾ ਲਓ, ਅਸੀਂ ਜੋ ਵੀ ਆਪਾਂ ਚੈਲੰਜਿਸ ਫੇਸ ਕਰਦੇ ਹਾਂ ਐਜ਼ ਅ ਸਿਕਿਉਰਿਟੀ ਗਾਰਡ ਜਾਂ ਸਿਕਿਉਰਿਟੀ ਆਫਿਸਰ, ਮੈਂ ਤੁਹਾਨੂੰ ਐਕਚੁਅਲ 'ਚ ਦੱਸੂੰਗਾ ਕਿ ਅਸੀਂ ਕੀ ਚੈਲੰਜਿਸ ਫੇਸ ਕਰਦੇ ਹਾਂ। ਸੋ ਵਿਦਾਊਟ ਐਨੀ ਵੇਸਟਿੰਗ ਟਾਈਮ ਲੈਟਸ ਗੈਟ ਸਟਾਰਟਡ। ਸੋ ਗਾਈਜ਼ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੇਰੇ ਲਾਇਸੈਂਸ ਬਾਰੇ ਕਿ ਜੋ ਆਪਾਂ ਲਾਇਸੈਂਸ ਕਿੱਦਾਂ ਲੈ ਸਕਦੇ ਸਿਕਿਉਰਿਟੀ ਦਾ। ਲਾਇਸੈਂਸ ਲੈਣ ਵਾਸਤੇ ਪਹਿਲਾਂ ਆਪਾਂ ਨੂੰ ਟ੍ਰੇਨਿੰਗ ਕੰਪਲੀਸ਼ਨ ਨੰਬਰ ਚਾਹੀਦਾ ਹੁੰਦਾ, ਅਤੇ ਟ੍ਰੇਨਿੰਗ ਕੰਪਲੀਸ਼ਨ ਨੰਬਰ ਲੈਣ ਵਾਸਤੇ ਆਪਾਂ ਆਪਣੇ ਕੋਲ ਕੁਛ ਏਜੰਟਸ ਹੁੰਦੇ ਆ ਜਾਂ ਫਿਰ ਆਪਾਂ ਵੈਬਸਾਈਟ ਥਰੂ ਵੀ ਲੈ ਸਕਦੇ ਹਾਂ। ਹੁਣ ਮੈਂ ਲਿਆ ਸੀਗਾ ਵੈਬਸਾਈਟ ਥਰੂ, ਜਿਹਦਾ ਨਾਮ ਹੈਗਾ ontarioSecurityHub.ca, ਅਤੇ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਅਤੇ ਆਪਣਾ ਰੈਫਰਲ ਕੋਡ ਵੀ ਪਾ ਦੂੰਗਾ, ਜਿਹਦੇ ਨਾਲ ਤੁਹਾਨੂੰ $20 ਆਫ ਮਿਲ ਜੂਗਾ ਜੇ ਤੁਸੀਂ ਉਹ ਵੈਬਸਾਈਟ ਥਰੂ ਕਰਦੇ ਹੋ, ਹੈ ਨਾ। ਇਸ ਦੇ ਵਿੱਚ ਕੀ ਹੁੰਦਾ, $50 ਆਵਰਸ ਦੀ ਤੁਹਾਡੀ ਔਨਲਾਈਨ ਟ੍ਰੇਨਿੰਗ ਹੁੰਦੀ ਆ, ਅਤੇ ਬਾਕੀ 8 to 9 ਆਵਰਸ ਦੀ ਤੁਹਾਡੀ ਹੁੰਦੀ ਆ ਆਫਲਾਈਨ ਫਸਟ ਐਡ CPR ਲੈਵਲ C, ਠੀਕ ਆ। ਉਸ ਦੇ ਵਿੱਚ ਕੀ ਹੁੰਦਾ, ਤੁਹਾਨੂੰ ਸਿਖਾਉਂਦੇ ਆ ਕਿ ਇਨ ਕੇਸ ਆਫ ਮੈਡੀਕਲ ਐਮਰਜੈਂਸੀਜ਼ ਤੁਸੀਂ ਕਿੱਦਾਂ ਕਿਸੇ ਦੀ ਜਾਨ ਬਚਾ ਸਕਦੇ ਹੋ। ਸਪੋਜ਼ ਕਰੋ ਕੋਈ ਚੋਕ ਕਰਨ ਲੱਗ ਗਿਆ ਜਾਂ ਕਿਸੇ ਨੂੰ ਕਾਰਡੀਅਕ ਅਰੈਸਟ ਆ ਗਿਆ, ਕੋਈ ਬੇਹੋਸ਼ ਹੋ ਗਿਆ, ਤਾਂ ਤੁਸੀਂ ਕਿੱਦਾਂ ਉਹਦੀ ਹੈਲਪ ਕਰ ਸਕਦੇ ਹੋ। ਇਨ ਕੇਸ EMS ਲੇਟ ਹੋ ਗਈ ਜਾਂ EMS ਔਨ ਦਾ ਵੇ ਆ, ਤੁਸੀਂ ਉਹਨੂੰ ABC ਦੇ ਸਕਦੇ ਹੋ ਜਾਂ ਕੁਛ ਵੀ ਕਰ ਸਕਦੇ ਹੋ, ਹੈ ਨਾ। ਅਤੇ ਇਸ ਦੇ ਵਿੱਚ ਤੁਹਾਡਾ ਟੋਟਲ ਮੇਰਾ $225 ਲੱਗਦੇ ਆ। ਜੇ ਆਪਣੇ ਕੋਲ ਰੈਫਰਲ ਆ ਤਾਂ $202 ਲੱਗਦੇ ਆ, ਅਤੇ ਮੇਰੇ ਕੋਲ ਰੈਫਰਲ ਸੀਗੀ ਤਾਂ $202 ਮੇਰੇ ਲੱਗੇ ਸੀਗੇ ਟ੍ਰੇਨਿੰਗ ਕੰਪਲੀਸ਼ਨ ਨੰਬਰ 'ਤੇ। ਫਿਰ ਉਸ ਤੋਂ ਬਾਅਦ ਆਪਣਾ ਟੈਸਟ ਬੁੱਕ ਹੁੰਦਾ। ਟੈਸਟ ਦੇ ਵਿੱਚ ਕੀ ਹੁੰਦਾ, ਤੁਸੀਂ 2 ਤਰ੍ਹਾਂ ਦਾ ਟੈਸਟ ਦੇ ਸਕਦੇ ਹੋ, ਇੱਕ ਔਨਲਾਈਨ, ਇੱਕ ਆਫਲਾਈਨ। ਔਨਲਾਈਨ ਦੇ ਵਿੱਚ ਕੀ ਹੁੰਦਾ, ਤੁਹਾਡਾ ਔਨਲਾਈਨ ਵੈਬ ਮੀਟਿੰਗ ਹੁੰਦੀ ਹੈ, ਐਗਜ਼ਾਮੀਨਰ ਵੈਬ ਮੀਟਿੰਗ ਹੋਸਟ ਕਰਦਾ। ਤੁਸੀਂ ਉਹਨੂੰ ਪਹਿਲਾਂ ਪਾਸਪੋਰਟ ਦਿਖਾਉਣਾ ਹੁੰਦਾ, ਫਿਰ ਉਹ ਤੁਹਾਨੂੰ ਇੱਕ ਲਿੰਕ ਜਨਰੇਟ ਕਰਕੇ ਦਿੰਦਾ, ਅਤੇ ਉਹ ਲਿੰਕ ਪਹਿਲੇ ਹੀ ਤੁਹਾਨੂੰ ਜਨਰੇਸ਼ਨ ਮਿਲ ਜਾਂਦੀ ਆ, ਬਟ ਅਨਲੌਕ ਐਗਜ਼ਾਮੀਨਰ ਉਦੋਂ ਹੀ ਕਰਦਾ ਜੋ ਤੁਹਾਡੀ ਪਾਸਪੋਰਟ ਵਗੈਰਾ ਸਹੀ ਮੈਚ ਕਰ ਦਿੰਦਾ। ਫਿਰ ਤੁਹਾਡਾ ਲਿੰਕ ਜਨਰੇਸ਼ਨ ਓਪਨ ਹੋ ਗਈ, ਤੁਸੀਂ ਟੈਸਟ ਦੇਣਾ ਸ਼ੁਰੂ ਕਰ ਦਿੰਦੇ ਹੋ ਗਾਈਜ਼। ਪਰ ਇਹਦੇ ਵਿੱਚ ਕੀ ਹੁੰਦਾ, ਤੁਹਾਡੇ ਰੂਮ 'ਚ ਨਹੀਂ ਕੋਈ ਹੋਣਾ ਚਾਹੀਦਾ, ਤੁਹਾਡਾ ਇੰਟਰਨੈਟ ਸਪੀਡ ਪ੍ਰੋਪਰ ਹੋਣੀ ਚਾਹੀਦੀ ਆ, ਠੀਕ ਆ। ਅਤੇ ਤੁਹਾਡਾ ਪੂਰਾ ਧਿਆਨ ਪੇਪਰ 'ਤੇ ਹੋਣਾ ਚਾਹੀਦਾ, ਫਾਲਤੂ ਚੀਜ਼ਾਂ ਕਰਨੀ ਨਹੀਂ। ਸਪੋਜ਼ ਕਰੋ ਤੁਸੀਂ ਇੱਧਰ ਉੱਧਰ ਦੇਖ ਰਹੇ ਹੋ, ਇੱਦਾਂ ਉੱਦਾਂ ਆਈ ਕੰਟੈਕਟ ਨਹੀਂ ਹੈਗਾ, ਪੇਪਰ ਦੇ ਉੱਤੇ ਨਹੀਂ ਧਿਆਨ ਤੁਹਾਡਾ, ਤੁਹਾਨੂੰ ਬਲੌਕ ਕਰ ਦੇਣਾ, ਤੁਹਾਨੂੰ ਲਿੰਕ ਐਗਜ਼ਾਮ ਤੋਂ ਬਾਹਰ ਕਰ ਦੇਣਾ, ਤੁਹਾਡੇ $75 ਵੇਸਟ ਗਏ। ਆਫਲਾਈਨ ਦੇ ਵਿੱਚ ਕੀ ਹੁੰਦਾ, ਆਫਲਾਈਨ ਦੇ ਵਿੱਚ ਤੁਹਾਡਾ 7 to 9 ਦਾ ਐਗਜ਼ਾਮ ਹੁੰਦਾ, 7 PM to 9 PM। ਇਹ ਹੁੰਦਾ ਆਪਣਾ ਡਰਾਈਵ ਟੈਸਟ, ਜਿੱਥੇ ਆਪਾਂ G1 ਦੇ ਕੇ ਆਉਂਦੇ ਹੁੰਦੇ ਹਾਂ ਅਤੇ G2 ਦੀ ਆਪਾਂ ਬੁਕਿੰਗ ਕਰਵਾਉਂਦੇ ਹੁੰਦੇ ਹਾਂ, ਠੀਕ ਆ। ਇੱਥੇ ਕੀ ਹੁੰਦਾ, ਤੁਹਾਡੇ ਸਿਰ 'ਤੇ ਖੜ੍ਹੇ ਹੁੰਦੇ ਆ ਤਾਂ ਤੁਹਾਡੇ ਤੋਂ ਚੀਟਿੰਗ ਨਹੀਂ ਹੁੰਦੀ, ਪ੍ਰੋਪਰ ਪੈਨ ਐਂਡ ਪੇਪਰ ਬੇਸ ਹੁੰਦਾ। ਸੇਮ ਤੁਸੀਂ ਪਾਸਪੋਰਟ ਲੈ ਕੇ ਜਾਣਾ ਹੁੰਦਾ ਅਤੇ ਆਪਣਾ ਟ੍ਰੇਨਿੰਗ ਕੰਪਲੀਸ਼ਨ ਨੰਬਰ ਲੈ ਕੇ ਜਾਣਾ ਹੁੰਦਾ, ਠੀਕ ਆ। 62% ਓਵਰਆਲ ਤੁਸੀਂ ਸਕੋਰ ਕਰਨਾ ਹੁੰਦਾ ਮਿਨੀਮਮ, ਠੀਕ ਹੈ। ਅਤੇ ਪਰ ਜੇ ਔਨਲਾਈਨ ਆ ਨਾ, ਔਨਲਾਈਨ ਦੇ ਵਿੱਚ ਕੀ ਆ, ਤੁਸੀਂ ਚੀਟਿੰਗ ਵਗੈਰਾ ਈਜ਼ੀਲੀ ਹੋ ਜਾਂਦੀ ਆ ਅੱਜ ਕੱਲ੍ਹ ਦਾ। ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ, ਠੀਕ ਆ। ਤੁਸੀਂ ਘਰੇ ਬਸ ਤੁਸੀਂ ਮੀਟਿੰਗ ਦੇ ਸਾਹਮਣੇ ਬਹਿਣਾ, ਤੁਹਾਡੇ ਫਰੈਂਡ ਨੇ ਲਿੰਕ ਜਿਹੜਾ ਤੁਹਾਨੂੰ ਜਨਰੇਟ ਹੁੰਦਾ ਉਹ ਆਪਣੇ ਲੈਪਟੋਪ 'ਤੇ ਚਲਾ ਕੇ ਟੈਸਟ ਦੇ ਦੇਣਾ। ਬਟ ਉਹਦੇ ਵਿੱਚ ਕੀ ਆ, ਰਿਸਕ ਹੁੰਦਾ, ਤੁਹਾਡਾ ਧਿਆਨ ਫਿਰ ਤੁਸੀਂ ਕੈਮਰਾ ਟੈਸਟ ਖੁਦ ਨਹੀਂ ਦੇ ਰਹੇ, ਤੁਹਾਡਾ ਕੁਐਸਚਨ ਕਰਨੀ ਧਿਆਨ ਨਹੀਂ, ਤੁਸੀਂ ਇੱਧਰ ਉੱਧਰ ਮਾੜਾ ਮੋਟਾ ਵੀ ਦੇਖ ਲਿਆ ਤਾਂ ਤੁਹਾਨੂੰ ਬਾਹਰ ਕੱਢ ਦਿੰਦੇ ਆ। ਹੁਣ ਐਗਜ਼ਾਮਪਲ ਦਿੰਦਾ, ਇੱਦਾਂ ਮੈਂ ਆਪਣੇ ਫਰੈਂਡ ਦਾ ਟੈਸਟ ਦੇ ਰਿਹਾ ਸੀਗਾ, ਮੈਂ ਉਹਦੇ ਨਾਲ ਹੀ ਬੈਠਾ ਸੀਗਾ, ਬਟ ਜੋ ਟੈਸਟ ਸੀਗਾ ਮੈਂ ਆਪਣੇ ਲੈਪਟੋਪ 'ਤੇ ਦੇ ਰਿਹਾ ਸੀਗਾ, ਅਤੇ ਉਹਨੇ ਸਿਰਫ ਕੈਮਰੇ ਕੰਨੀ ਦੇਖਣਾ ਸੀਗਾ, ਐਗਜ਼ਾਮੀਨਰ ਕੰਨੀ ਧਿਆਨ ਦੇਣਾ ਸੀ।
ਉਹ ਕੀ ਕਰ ਰਿਹਾ ਸੀਗਾ, ਕਦੀ ਇੱਧਰ ਉੱਧਰ ਦੇਖਣ ਲੱਗ ਗਿਆ, ਕਦੀ ਇੱਦਾਂ ਕਰਕੇ ਐਕਟਿੰਗ ਕਰਨ ਲੱਗ ਗਿਆ ਕਿ ਕੋਈ ਕੁਐਸਚਨ ਰੀਡ ਕਰ ਰਿਹਾ ਸਮਥਿੰਗ। ਤਾਂ ਐਗਜ਼ਾਮੀਨਰ ਨੇ ਨਾ ਉਹਨੂੰ ਬਾਹਰ ਕੱਢਤਾ ਸੀਗਾ। ਲਾਈਕ 52 ਕੁਐਸਚਨਸ ਹੋ ਗਏ ਸੀਗੇ, ਸਿਰਫ 8 ਕੁਐਸਚਨ ਰਹਿ ਗਏ ਸੀਗੇ, 60 ਕੁਐਸਚਨ ਦਾ ਟੈਸਟ ਸੀਗਾ। ਤਾਂ ਐਗਜ਼ਾਮੀਨਰ ਨੇ ਉਹਨੂੰ ਬਾਹਰ ਕੱਢਤਾ ਸੀਗਾ ਕਿ ਲਾਈਕ ਤੇਰਾ ਧਿਆਨ ਪੇਪਰ 'ਤੇ ਨਹੀਂ ਹੈ, ਤੂੰ ਸਿਰਫ ਐਕਟਿੰਗ ਕਰ ਰਿਹਾ ਪੇਪਰ ਦੇਣ ਦੀ, ਤੂੰ ਕੁਛ ਹੋਰ ਕਰ ਰਿਹਾ। ਅਤੇ ਇੱਦਾਂ ਕਰਕੇ ਉਹਦਾ $75 ਵੇਸਟ ਹੋ ਗਏ ਸੀਗੇ। ਤਾਂ ਅੱਜ ਕੱਲ੍ਹ ਦਾ ਕੀ ਆ ਕਿ ਤੁਸੀਂ ਲਾਈਕ ਮੀਟਿੰਗ ਦੇ ਸਾਹਮਣੇ ਵੀ ਬੈਠਣ ਦੀ ਲੋੜ ਨਹੀਂ, ਲੋਕ ਥਰਡ ਪਾਰਟੀ ਥਰੂ ਕਰਵਾ ਲੈਂਦੇ ਸਾਰਾ ਕੁਛ। ਬਟ ਉਹਦੇ ਵਿੱਚ ਕੀ ਆ ਗਾਈਜ਼, ਤੁਸੀਂ ਫਸ ਵੀ ਸਕਦੇ ਹੋ। ਇੱਕ ਵਾਰ ਤੁਸੀਂ ਫੜੇ ਗਏ ਨਾ ਕਿ ਲਾਈਕ ਸਕੈਮ ਕਰਦੇ ਹੋਏ, ਤੁਹਾਡੀ ਸਿੱਧੀ ਡਿਪੋਰਟੇਸ਼ਨ ਆ ਜਾਂ ਫਿਰ ਲਾਈਫ ਟਾਈਮ ਸਿਕਿਉਰਿਟੀ ਦਾ ਗਾਰਡ ਦਾ ਲਾਇਸੈਂਸ ਬੈਨ ਆ। ਠੀਕ ਆ, ਜਨਤਾ ਕਰੀ ਜਾਂਦੀ ਆ, ਕਰੀ ਚੱਲੇ, ਇਟਸ ਓਕੇ, ਕਰੀ ਚੱਲੋ। ਬਟ ਇੰਟਰਵਿਊ ਦੇਣ ਟਾਈਮ ਪਲੀਜ਼ ਕੁਛ ਵੀਡੀਓਜ਼ ਦੇਖ ਕੇ ਚੱਲ ਜਿਓ, ਤਾਂ ਕਿ ਤੁਹਾਨੂੰ ਬੇਸਿਕ ਨੌਲੇਜ ਹੋਵੇ ਕਿ ਸਿਕਿਉਰਿਟੀ ਗਾਰਡ ਦੀ ਡਿਊਟੀਜ਼ ਕੀ ਹੁੰਦੀਆਂ ਨੇ। ਜੇ ਤੁਹਾਨੂੰ ਉਦੋਂ ਲਾਈਕ ਨਹੀਂ ਪਤਾ ਲੱਗਿਆ ਕਿ ਕੀ ਡਿਊਟੀਜ਼ ਹੁੰਦੀਆਂ ਨੇ, ਤੁਸੀਂ ਇੰਟਰਵਿਊ ਨਹੀਂ ਚੱਜ ਨਾਲ ਦਿੱਤਾ, ਤਾਂ ਤੁਹਾਨੂੰ ਜੋਬ ਨਹੀਂ ਮਿਲੂਗੀ। ਤੋ ਗਾਈਜ਼ ਇਹ ਤੋਂ ਬਾਅਦ ਤੁਹਾਡਾ ਹੁੰਦਾ ਐਗਜ਼ਾਮ। ਐਗਜ਼ਾਮ ਤੋਂ ਬਾਅਦ ਹੁੰਦਾ ਲਾਈਕ $75 ਦਾ ਐਗਜ਼ਾਮ ਹੋ ਗਿਆ। ਅਤੇ ਫਿਰ ਆਪਣਾ ਉਸ ਤੋਂ ਬਾਅਦ ਹੁੰਦਾ $80 ਦਾ ਲਾਇਸੈਂਸ ਬੁੱਕ। 62% ਆ ਗਏ, $80 ਦਾ ਲਾਇਸੈਂਸ ਹੁੰਦਾ ਗਾ। ਉਹਦੇ ਵਿੱਚ ਆਪਾਂ ਨੇ ਆਪਣਾ ਪਾਸਪੋਰਟ ਸਾਈਜ਼ ਫੋਟੋ, ਪਾਸਪੋਰਟ, ਸਟੱਡੀ ਜਾਂ ਵਰਕ ਪਰਮਿਟ ਅਤੇ ਆਪਣਾ ਗਰੰਟਰ ਫਾਰਮ। ਗਰੰਟਰ ਫਾਰਮ ਕੀ ਹੁੰਦਾ, ਉਹਦੇ ਵਿੱਚ ਆਪਾਂ ਉਹਨਾਂ ਨੂੰ ਦੱਸਣਾ ਹੁੰਦਾ ਕਿ ਮੈਂ ਕੌਣ ਹਾਂ, ਠੀਕ ਹੈ, ਆਪਾਂ ਕੀ ਡਾਕੂਮੈਂਟ ਸਬਮਿਟ ਕਰ ਰਹੇ ਹਾਂ। ਅਤੇ ਇੱਕ ਬੰਦੇ ਦਾ ਆਪਣਾ ਇੱਕ ਬੰਦਾ ਹੁੰਦਾ ਜੋ ਆਪਣੀ ਗਰੰਟੀ ਚੱਕਦਾ ਕਿ ਇਹਨੇ ਜੋ ਵੀ ਡਾਕੂਮੈਂਟ ਸਬਮਿਟ ਕੀਤੇ ਆ ਲਾਇਸੈਂਸ ਅਪਲਾਈ ਕਰਨ ਵਾਸਤੇ, ਉਹ ਜੈਨੂਅਨ ਆ, ਫੇਕ ਨਹੀਂ ਆ। ਅਤੇ ਉਹਦੇ ਸਿਗਨੇਚਰ ਹੁੰਦੇ, ਆਪਾਂ ਉਹਦੀ PDF ਬਣਾ ਕੇ ਚਾੜ ਦਿੰਦੇ ਹਾਂ। ਅਤੇ ਆਪਣਾ 10-11 ਦਿਨਾਂ ਦੇ ਵਿੱਚ ਆਪਣਾ ਡਿਜੀਟਲ ਲਾਇਸੈਂਸ ਆ ਜਾਂਦਾ। ਫਿਰ ਉਦੋਂ 10-15 ਦਿਨ ਤੋਂ ਬਾਅਦ ਲਾਈਕ ਡਿਜੀਟਲ ਲਾਇਸੈਂਸ ਆਉਣ ਤੋਂ 10-15 ਦਿਨ ਬਾਅਦ ਆਪਣਾ ਆਉਂਦਾ ਗਾ ਮੇਲ ਦੇ ਵਿੱਚ ਫਿਜ਼ੀਕਲ ਕਾਰਡ। ਬਟ ਹਾਂ, ਤੁਸੀਂ ਡਿਜੀਟਲ ਲਾਇਸੈਂਸ 'ਤੇ ਜੋਬ ਅਪਲਾਈ ਕਰ ਸਕਦੇ ਹੋ। ਤਾਂ ਗਾਈਜ਼ ਇਹ ਤਾਂ ਹੋ ਗਿਆ ਆਪਣੀ ਲਾਇਸੈਂਸ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਜੋਬ ਦੀ। ਤਾਂ ਜੋਬ ਲੈਣ ਦੇ 2 ਤਰੀਕੇ ਆ, ਇੰਡੀਡ, ਲਿੰਕਡਇਨ, ਕੰਪਨੀ ਦੀ ਵੈਬਸਾਈਟ ਜਾਂ ਫਿਰ ਵਾਕ ਇਨ ਇੰਟਰਵਿਊਜ਼। ਹੁਣ ਤੁਸੀਂ ਕੀ ਕਰ ਸਕਦੇ ਹੋ। ਹੁਣ ਮੇਰਾ ਕੀ ਸੀਗਾ, ਮੈਂ ਗਿਆ ਸੀਗਾ ਕੰਪਨੀ ਦੀ ਵੈਬਸਾਈਟ 'ਤੇ, ਮੈਨੇ ਅਪਲਾਈ ਕੀਤਾ ਸੀਗਾ। ਮੈਨੂੰ ਲਾਈਕ ਗੁੱਡ ਨਾ ਰਿਵਿਊਜ਼ ਨਹੀਂ ਆਏ ਸੀਗੇ, ਲਾਈਕ ਰਿਜ਼ਲਟ ਨਹੀਂ ਮਿਲਿਆ ਸੀਗਾ ਮੈਨੂੰ, ਨਹੀਂ ਲਾਈਕ ਸਿਲੈਕਸ਼ਨ ਨਹੀਂ ਹੋਈ ਸੀ। ਫਿਰ ਮੈਂ ਇੰਡੀਡ 'ਤੇ ਗਿਆ, ਮੇਰੀ ਕੰਪਨੀ ਸੀਗੀ ਵਿਨਕਨ, ਜਿਹਨੇ ਮੈਨੂੰ ਇੰਡੀਡ ਤੋਂ ਜੋਬ ਮਿਲੀ ਸੀਗੀ। ਇੰਡੀਡ ਦਾ ਕੀ ਸਿਸਟਮ ਹੈਗਾ, ਤੁਸੀਂ ਆਪਣਾ ਰਿਜ਼ੂਮੇ ਬਣਾਉਂਦੇ ਹੋ, ਰਿਜ਼ੂਮੇ ਦੇ ਵਿੱਚ ਆਪਣੀ ਲਾਈਕ ਕੁਆਲੀਫਿਕੇਸ਼ਨਸ ਦੱਸਦੇ ਹੋ, ਤੁਹਾਡਾ ਐਕਸਪੀਰੀਅੰਸ ਦੱਸਦੇ ਹੋ। ਹੁਣ ਮੇਰੇ ਵਾਲੇ ਕੀ ਸੀਗਾ, ਮੈਂ ਫੇਕ ਐਕਸਪੀਰੀਅੰਸ ਪਾਇਆ ਸੀਗਾ। ਠੀਕ ਆ, ਇਹ ਦੱਸਣ ਦੀ ਗੱਲ ਨਹੀਂ ਸੀਗੀ। ਬਟ ਯੂਜਲੀ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ, ਫਰੈਸ਼ਰ ਨੂੰ ਕਈ ਵਾਰ ਨਹੀਂ ਜੋਬ ਮਿਲਦੀ, ਤਾਂ ਮੈंने ਆਪਣਾ ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਪਾਇਆ ਸੀਗਾ, ਜਿਹਦੇ ਨਾਲ ਉਹਨਾਂ ਨੂੰ ਫਿਰ ਲੱਗਾ ਸੀਗਾ ਹਾਂ ਇਹਨੂੰ ਨੌਲੇਜ ਹੈਗੀ ਆ ਅਤੇ ਮੈਨੂੰ ਜੋਬ ਮਿਲ ਗਈ ਸੀਗੀ। ਅਤੇ ਗਾਈਜ਼ 99% ਨਾ ਜੋ ਇੰਟਰਵਿਊਜ਼ ਹੁੰਦੇ ਆ ਔਨਲਾਈਨ, ਉਹ ਤੁਹਾਡੇ ਮਾਈਕਰੋਸੋਫਟ ਟੀਮਸ 'ਤੇ ਹੁੰਦੇ ਆ। ਤਾਂ ਬੈਟਰ ਆ ਤੁਸੀਂ ਮਾਈਕਰੋਸੋਫਟ ਟੀਮਸ 'ਤੇ ਆਪਣੀ ID ਆਲਰੇਡੀ ਬਣਾ ਕੇ ਰੱਖੋ, ਬਿਕੋਜ਼ ਇਨ ਕੇਸ ਤੁਹਾਡਾ ਇੰਟਰਵਿਊ ਨਾਲ ਦੀ ਨਾਲ ਹੁੰਦਾ ਤਾਂ ਤੁਸੀਂ ਦੇ ਸਕੋ। ਹੁਣ ਮੇਰੀ ਫਰੈਂਡ ਦਾ ਇੰਟਰਵਿਊ ਸੀਗਾ, ਉਹਨਾਂ ਨੇ ਇੰਸਟਰਕਸ਼ਨਸ 'ਚ ਕਲੀਅਰਲੀ ਮੈਂਸ਼ਨ ਕੀਤਾ ਸੀਗਾ ਕਿ ਭਾਈ ਜੋ ਤੁਹਾਡਾ ਇੰਟਰਵਿਊ ਹੋਊਗਾ ਨਾ, ਉਹ ਮਾਈਕਰੋਸੋਫਟ ਟੀਮਸ 'ਤੇ ਹੋਊਗਾ। ਉਹਨੂੰ ਵੀ ਮੈਂ ਵੀ ਦੱਸਿਆ ਸੀਗਾ ਵੀ ਜੇ ਤੇਰਾ ਮਾਈਕਰੋਸੋਫਟ ਟੀਮਸ 'ਤੇ ਇੰਟਰਵਿਊ, ਧਿਆਨ ਰੱਖੀ। ਉਹਨੇ ਕੀ ਕਿਹਾ ਕਿ ਲਾਈਕ ਹਾਂ ਓਕੇ ਮੈਂ ਕਰ ਲੂੰਗੀ। ਜਦੋਂ ਔਨ ਦਾ ਸਪੋਟ ਉਹਨਾਂ ਨੇ ਕਿਹਾ ਕਿ ਹਾਂਜੀ ਇੰਟਰਵਿਊ ਦੇਵੋ, ਉਹ ਤੋਂ ਲੌਗਇਨ ਨਹੀਂ ਹੋਇਆ, ਬਿਕੋਜ਼ ਮਾਈਕਰੋਸੋਫਟ 'ਤੇ ID ਬਣਾਉਣਾ ਕੋਈ ਸੌਖੀ ਗੱਲ ਨਹੀਂ। ਪਹਿਲਾਂ ID ਜਨਰੇਟ ਕਰਦੇ ਹੋ, ਅਕਾਊਂਟ ਕ੍ਰੀਏਟ ਕਰਦੇ ਹੋ ਲਾਈਕ ਹੈ ਨਾ, ਫਿਰ ਉਹਦੀ ਵੈਰੀਫਿਕੇਸ਼ਨ ਹੁੰਦੀ ਆ ਵਗੈਰਾ ਅਤੇ ਟਾਈਮ ਲੱਗ ਗਿਆ। ਉਹਨਾਂ ਨੇ ਇੰਟਰਵਿਊ ਤੋਂ ਬਾਹਰ ਕਰਤਾ। ਉਹ ਕਹਿੰਦੇ ਅਸੀਂ ਇੰਟਰਵਿਊ ਨਹੀਂ ਲੈ ਸਕਦੇ ਬਿਕੋਜ਼ ਯੂ ਆਰ ਨਾਟ ਪੰਕਚੁਅਲ, ਰਾਈਟ। ਕਿ ਅਸੀਂ ਤੁਹਾਨੂੰ ਕਲੀਅਰਲੀ ਮੈਂਸ਼ਨ ਕੀਤਾ ਕਿ ਆਪਣਾ ਲੌਗਇਨ ਆਲਰੇਡੀ ਸੈਟਅਪ ਕਰਕੇ ਰੱਖਿਆ ਅਤੇ ਤੁਸੀਂ ਨਹੀਂ ਕੀਤਾ ਹੋਇਆ। ਅਤੇ ਉਹਨਾਂ ਨੇ ਉਹਨੂੰ ਇੰਟਰਵਿਊ 'ਚ ਬਾਹਰ ਕੱਢਤਾ ਸੀਗਾ। ਅਤੇ ਬਾਅਦ 'ਚ ਉਹਨੂੰ ਫਿਰ ਹੋਇਆ ਸੀਗਾ ਕਿ ਲਾਈਕ ਰਿਅਲਾਈਜ਼ ਹੋਇਆ ਸੀ ਜੋ ਮੈਂ ਕਿਹਾ ਸੀ ਉਹ ਸਹੀ ਸੀਗਾ, ਅਤੇ ਜੋ ਕੰਪਨੀ ਨੇ ਵੀ ਕਿਹਾ ਸੀ ਉਹ ਵੀ ਸਹੀ ਸੀਗਾ ਕਿ ਲਾਈਕ ਯੂ ਸ਼ੁੱਡ ਬੀ ਪੰਕਚੁਅਲ। ਤੁਸੀਂ ਲਾਈਕ ਗਾਈਜ਼ ਇੰਟਰਵਿਊ 'ਚ ਦੱਸ ਦਿੰਦੇ ਹੋ ਕੁਆਲਿਟੀ ਦੇ ਵਿੱਚ ਕਿ ਹਾਂ ਮੈਂ ਪੰਕਚੁਅਲ ਹਾਂ, ਮੈਂ ਇੱਦਾਂ ਆ, ਮੈਂ ਉੱਦਾਂ ਆ, ਬਟ ਐਕਚੁਅਲ 'ਚ ਨਹੀਂ ਹੁੰਦੇ ਤਾਂ ਉਹ ਬੈਡ ਇੰਪਰੈਸ਼ਨ ਪਾਉਂਦੀ ਆ। ਅਤੇ ਗਾਈਜ਼ ਫਿਰ ਉਸ ਤੋਂ ਬਾਅਦ ਆਪਣਾ ਆਉਂਦਾ ਵਾਕ ਇਨ ਇੰਟਰਵਿਊਜ਼। ਵਾਕ ਇਨ ਦੇ ਵਿੱਚ ਕੀ ਹੁੰਦਾ, ਤੁਸੀਂ ਵਾਕ ਇਨ ਇੰਟਰਵਿਊ ਦਿੰਦੇ ਹੋ ਜਾ ਕੇ, ਤੁਹਾਨੂੰ ਔਨ ਦੀ ਸਪੋਟ ਦੱਸ ਦਿੰਦੇ ਆ ਕਿ ਯੂ ਆਰ ਸਿਲੈਕਟਿਡ ਔਰ ਨਾਟ। ਹੁਣ ਮੈਨੇ ਦੂਸਰੀ ਕੰਪਨੀ ਦਾ ਨਾਮ ਆ ਲੌਜਿਕਸ, ਜਿਹਦੇ ਵਿੱਚ ਮੈਂ ਫੁੱਲ ਟਾਈਮ ਕਰਦਾ। ਉਹਦੇ ਵਿੱਚ ਮੈਂ ਵਾਕ ਇਨ ਦਿੱਤਾ ਸੀਗਾ ਇੰਟਰਵਿਊ, ਅਤੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸੀਗਾ। ਬਟ ਇਹਦੇ ਵਿੱਚ ਵੀ ਫਰਕ ਆ ਗਾਈਜ਼, ਤੁਹਾਡੇ ਕੋਲ ਨੌਲੇਜ ਆ ਤਾਂ ਤੁਸੀਂ ਸਿਲੈਕਟ ਹੁੰਦੇ ਹੋ, ਅਦਰਵਾਈਜ਼ ਨਹੀਂ ਹੁੰਦੇ। ਹੁਣ ਜਦੋਂ ਮੈਂ ਇੰਟਰਵਿਊ ਦੇ ਰਿਹਾ ਸੀਗਾ, ਅਸੀਂ 3 ਬੰਦੇ ਸੀਗੇ, ਮੇਰੇ ਕੋਲ ਈਵਨ ਰੈਫਰੈਂਸ ਵੀ ਸੀਗੀ, ਉਹਨਾਂ ਕੋਲ ਵੀ ਰੈਫਰੈਂਸ ਸੀਗੀ, ਬਟ ਉਹਨਾਂ ਨੂੰ ਆਨਸਰ ਦੇਣੇ ਨਹੀਂ ਆਏ ਸੀਗੇ, ਤਾਂ ਉਹਨਾਂ ਨੂੰ ਸਿਲੈਕਸ਼ਨ ਨਹੀਂ ਮਿਲੀ ਸੀਗੀ, ਸਿਲੈਕਟਡ ਨਹੀਂ ਹੋਏ ਸੀਗੇ। ਬਟ ਮੈਨੂੰ ਨੌਲੇਜ ਸੀਗੀ ਕਿਉਂਕਿ ਮੈਂ ਆਲਰੇਡੀ ਕੰਪਨੀ 'ਚ ਕੰਮ ਕਰ ਰਿਹਾ ਸੀਗਾ ਨਾ, ਅਤੇ ਮੈਨੇ ਉਹਨਾਂ ਨੂੰ ਪ੍ਰੋਪਰ ਡਿਟੇਲ 'ਚ ਆਨਸਰ ਦਿੱਤੇ, ਐਗਜ਼ਾਮਪਲਸ ਬਣਾ ਕੇ ਦਿੱਤੇ, ਤਾਂ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ। ਅਤੇ ਮੇਰੀ ਰੈਫਰੈਂਸ ਕਹੋ ਕਿ ਮੈਨੂੰ ਜ਼ਰੂਰਤ ਪਈ ਵੀ ਸੀਗੀ, ਨਹੀਂ ਵੀ ਪਈ ਸੀਗੀ, ਆਈ ਡੋਂਟ ਨੋ। ਮੈਨੇ ਉਹਨਾਂ ਨੂੰ ਦੱਸਤਾ ਸੀਗਾ ਕਿ ਮੇਰੇ ਕੋਲ ਰੈਫਰੈਂਸ ਹੈਗੀ ਆ, ਬਟ ਮੈਨੂੰ ਉਹਨਾਂ ਨੇ ਮੇਰੀ ਨੌਲੇਜ ਦੇ ਥਰੂ ਹੀ ਲਾਈਕ ਜੋ ਮੇਰੇ ਕੋਲ ਨੌਲੇਜ ਸੀਗੀ ਉਹਦੇ ਬੇਸਿਸ 'ਤੇ ਹੀ ਸਿਲੈਕਟ ਕੀਤਾ ਸੀਗਾ, ਕਿਉਂਕਿ ਰੈਫਰੈਂਸ ਤਾਂ ਬਾਕੀ ਸਾਰਿਆਂ ਕੋਲ ਵੀ ਸੀਗੀ। ਸੋ ਗਾਈਜ਼ ਇਹ ਤਾਂ ਹੈਗਾ ਜੋਬ ਲੈਣ ਦਾ। ਜੋਬ ਲੈਣਾ ਇੰਨਾ ਡਿਫੀਕਲਟ ਨਹੀਂ ਆ, ਈਜ਼ੀ ਹੁੰਦਾ, ਬਟ ਯੂ ਹੈਵ ਟੂ ਬੀ ਲਾਈਕ
ਤੁਹਾਡਾ ਰਿਜ਼ੂਮੇ ਥੋੜ੍ਹਾ ਵਧੀਆ ਹੋਣਾ ਚਾਹੀਦਾ ਅਤੇ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਆ। ਕਈ ਕੰਪਨੀਜ਼ ਰਿਜ਼ੂਮੇਸ ਦੇਖਦੀਆਂ ਨੇ, ਕਈ ਨਹੀਂ ਦੇਖਦੀਆਂ। ਲੌਜਿਕਸ ਰਿਜ਼ੂਮੇ ਨਹੀਂ ਦੇਖਦੀ, ਵਿਨਕਨ ਦੇਖਦੀ ਆ। ਤਾਂ ਤੁਸੀਂ ਜੇ ਇੰਡੀਡ 'ਤੇ ਅਪਲਾਈ ਕਰਨ ਦਾ ਰਿਜ਼ੂਮੇ ਪੂਰਾ ਤਗੜਾ ਬਣਾ ਕੇ ਰੱਖੋ, ਆਪਣੀ ਕੁਆਲੀਫਿਕੇਸ਼ਨਸ, ਆਪਣੀ ਡਿਊਟੀਜ਼, ਆਪਣਾ ਸਾਰਾ ਕੁਛ ਸਹੀ ਤਰੀਕੇ ਦਾ ਮੈਂਸ਼ਨ ਕਰੋ ਤਾਂ ਕਿ ਤੁਹਾਨੂੰ ਈਜ਼ੀਲੀ ਜੋਬ ਮਿਲ ਸਕੇ। ਆਈ ਕੈਚਿੰਗ ਬਣਾਓ ਗਾਈਜ਼, ਇੰਟਰਵਿਊਅਰ ਜਾਂ ਰਿਕਰੂਟਰ ਨੂੰ ਲੱਗੇ ਕਿ ਯਾਰ ਇਟਸ ਅ ਗੁੱਡ ਥਿੰਗ, ਇਹਦੇ ਵਿੱਚ ਆਹ ਚੀਜ਼ ਹੈ ਜੋ ਅਸੀਂ ਸੀਕ ਕਰ ਰਹੇ ਹਾਂ, ਜੋ ਅਸੀਂ ਲਾਈਕ ਸਿਕਿਉਰਿਟੀ ਗਾਰਡ ਦੇ ਵਿੱਚ ਲੱਭ ਰਹੇ ਹਾਂ। ਤਾਂ ਇਹਦੇ ਵਿੱਚ ਕੀ ਹੁੰਦਾ ਗਾਈਜ਼, ਤੁਹਾਡਾ ਇੰਪਰੈਸ਼ਨ ਵਧੀਆ ਬਣਦਾ। ਅਤੇ ਪੋਸਟ ਮੋਸਟਲੀ 3% ਲਾਈਕ 3 ਟਾਈਪਸ ਦੀਆਂ ਪੋਸਟ ਹੁੰਦੀਆਂ ਨੇ ਸਿਕਿਉਰਿਟੀ ਦੇ ਵਿੱਚ। ਸਟੈਟਿਕ ਗਾਰਡ, ਜੋ ਕਿ ਮੈਂ ਹੁੰਨਾ, ਲਾਈਕ ਇਹਦੇ ਵਿੱਚ ਆਪਣੀ ਨੋਰਮਲ ਜੋਬ ਨੋਰਮਲ ਸਿਕਿਉਰਿਟੀ ਗਾਰਡ ਹੁੰਦੀ ਆ। ਲਾਈਕ ਤੁਹਾਨੂੰ ਕੋਈ ਹੈਜੀ ਸਾਈਡ ਦਿੰਦੇ ਨੇ ਜਿੱਥੇ ਰਿਸਕ ਬਹੁਤ ਘੱਟ ਹੁੰਦਾ। ਫਿਰ ਉਸ ਤੋਂ ਬਾਅਦ ਆਉਂਦੀ ਆ ਤੁਹਾਡੀ ਟੈਕਟੀਕਲ ਗਾਰਡ, ਉਸ 'ਚ ਸਿਕਿਉਰਿਟੀ ਆਫਿਸਰ ਕਹਿੰਦੇ ਆ ਉਹਨੂੰ। ਉਹਦੇ ਵਿੱਚ ਤੁਹਾਨੂੰ ਵੈਸਟ ਪਾਉਣੀ ਪੈਂਦੀ ਆ, ਤੁਹਾਡੇ ਕੋਲ ਯੂਜ਼ ਆਫ ਫੋਰਸ ਦਾ ਲਾਇਸੈਂਸ ਹੋਣਾ ਚਾਹੀਦਾ। ਕਈ ਕੰਪਨੀਜ਼ ਖੁਦ ਪ੍ਰੋਵਾਈਡ ਕਰ ਦਿੰਦੀਆਂ ਨੇ, ਕਈ ਵਾਰ ਤੁਹਾਨੂੰ ਆਪ ਲੈਣਾ ਪੈਂਦਾ। ਹੁਣ ਲੌਜਿਕਸ ਨੇ ਮੈਨੂੰ ਖੁਦ ਪ੍ਰੋਵਾਈਡ ਕੀਤਾ ਸੀਗਾ ਅਤੇ ਮੇਰੇ ਕੋਲ ਉਹਦੇ ਵਿੱਚ ਵੈਸਟ ਆ, ਹੈਂਡਕਫ, ਬੈਟੋਨ ਵਗੈਰਾ ਹੁੰਦਾ, ਫਸਟ ਏਡ ਕਿੱਟ ਹੁੰਦਾ, ਆਪਣੀ ਸੇਫਟੀ ਬੈਲਟ ਹੁੰਦੀ ਆ। ਅਤੇ ਉਹ ਜਿੱਥੇ ਥੋੜ੍ਹਾ ਰਿਸਕ ਜ਼ਿਆਦਾ ਹੋਵੇ ਨਾ ਉੱਥੇ ਮਿਲ ਜਾਂਦੀ ਆ ਅਤੇ ਉਹਦੀ ਪੇ ਵੀ ਜ਼ਿਆਦਾ ਹੁੰਦੀ ਆ। ਅਤੇ ਲਾਸਟ ਆ ਜਾਂਦੀ ਆ ਮੋਬਾਈਲ ਗਾਰਡ। ਮੋਬਾਈਲ ਗਾਰਡ ਦੇ ਵਿੱਚ ਕੀ ਹੁੰਦਾ, ਤੁਸੀਂ ਕੰਪਨੀ ਦੀ ਗੱਡੀ ਦੇ ਵਿੱਚ ਹੀ ਇੰਸਪੈਕਸ਼ਨਸ 'ਤੇ ਜਾਣਾ ਹੁੰਦਾ, ਡਿਫਰੈਂਟ ਸਾਈਟਸ 'ਤੇ। ਕਈ ਵਾਰ ਤੁਹਾਨੂੰ ਲਾਈਕ ਦੂਸਰੀ ਸਾਈਟਸ 'ਤੇ ਇੰਸਪੈਕਸ਼ਨ ਕਰਨ ਜਾਣਾ ਹੁੰਦਾ, ਕਈ ਵਾਰ ਤੁਸੀਂ ਕਿਸੇ ਨੂੰ ਕਵਰ ਕਰਨ ਵੀ ਜਾਣਾ ਹੁੰਦਾ। ਉਹਦੇ ਵਿੱਚ ਕੰਪਨੀ ਦੀ ਗੱਡੀ ਹੁੰਦੀ ਆ, ਕੰਪਨੀ ਦਾ ਤੇਲ ਹੁੰਦਾ, ਤੁਸੀਂ ਸਿਰਫ ਜਾਣਾ ਬਸ, ਠੀਕ ਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਯੂਨੀਫਾਰਮ ਦੀ। ਗਾਈਜ਼ ਯੂਨੀਫਾਰਮ ਜੋ ਹੁੰਦੀ ਆ ਨਾ, ਕੰਪਨੀ ਖੁਦ ਦਿੰਦੀ ਆ, ਠੀਕ ਆ। ਅਤੇ ਉਹ ਪੇਡ ਉਹ ਲਾਈਕ ਉਹ ਤੁਹਾਨੂੰ ਤੁਹਾਡੀ ਪੇ ਦੇ ਵਿੱਚੋਂ ਡਿਡਕਟ ਕਰ ਲੈਂਦੇ ਆ ਯੂਨੀਫਾਰਮ ਦੀ ਅਮਾਊਂਟ। ਜ਼ਿਆਦਾ ਕੋਸਟਲੀ ਨਹੀਂ ਹੁੰਦੀ, ਮਿਨੀਮਮ $150 ਜਾਂ ਲਾਈਕ $150 ਅਤੇ ਮੈਕਸੀਮਮ $180-$90 ਦੀ ਹੁੰਦੀ ਆ। ਅਤੇ ਇਹਦੇ ਵਿੱਚ ਤੁਹਾਡਾ ਸਾਰਾ ਕੁਛ ਆ ਜਾਂਦਾ, ਸ਼ਰਟ, ਟਾਈ, ਆਪਣੇ ਇਪਲੇਟਸ, ਇਹਨੂੰ ਇਪਲੇਟਸ ਕਹਿੰਦੇ ਆ, ਆਪਣਾ ਬੈਚ ਜੋ ਆ ਮੇਰਾ ਬੈਚ ਲੱਗਿਆ ਹੋਇਆ ਹੈ ਨਾ, ਆਪਣੇ ਸ਼ੂਜ਼ ਵੀ ਆ ਜਾਂਦੇ ਆ, ਆਪਣੀ ਪੈਂਟ ਵਗੈਰਾ ਸਾਰਾ ਕੁਛ ਆ ਜਾਂਦਾ। ਅਤੇ ਇਹ ਹੋ ਗਿਆ ਆਪਣੀ ਯੂਨੀਫਾਰਮ, ਕੰਪਨੀ ਪੇਡ ਹੁੰਦੀ ਆ, ਕੰਪਨੀ ਪੇ ਕੱਟ ਦੇ ਵਿੱਚੋਂ ਕੱਟ ਲੈਂਦੀ ਆ। ਇੱਕ ਵਾਰ ਤੁਹਾਡੀ ਉਹ ਕੱਟੇਗੀ ਫਿਰ ਤੁਹਾਡਾ ਸਾਰਾ ਕੁਛ ਸੈੱਟ ਹੋ ਜਾਂਦਾ। ਸੋ ਗਾਈਜ਼ ਹੁਣ ਆਪਾਂ ਗੱਲ ਕਰਦੇ ਹਾਂ ਪੇ ਦੀ। ਤਾਂ ਮੈਂ ਤੁਹਾਨੂੰ ਜਿੱਦਾਂ ਕਿਹਾ ਸੀਗਾ ਕਿ ਮੈਂ ਤੁਹਾਨੂੰ ਕਲੀਅਰਲੀ ਦੱਸੂੰਗਾ ਕਿ ਕਿੱਦਾਂ ਪੇ ਵਰਕਆਊਟ ਕਰਦੀ ਆ। ਆਹ ਸੀਗਾ ਉਹਦਾ ਰਿਜ਼ਲਟ, ਮੈਨੇ ਸਾਰਾ ਆਲਰੇਡੀ ਕੈਲਕੂਲੇਸ਼ਨਸ ਕਰਕੇ ਰੱਖੀਆਂ ਨੇ ਕਿ ਕਿੱਦਾਂ ਮੈਨੂੰ ਪੇ ਮਿਲਦੀ ਆ ਜਾਂ ਮੈਨੂੰ ਮਿਲਣੀ ਚਾਹੀਦੀ ਆ। ਤਾਂ ਮੈਨੇ ਐਕਚੁਅਲ ਆਪਣੀ ਟੈਕਸ ਡਿਡਕਸ਼ਨ ਦੱਸੀਆਂ ਨੇ ਕਿ ਮੇਰਾ ਐਕਚੁਅਲੀ ਕਿੰਨਾ ਟੈਕਸ ਡਿਡਕਟ ਹੁੰਦਾ, ਕਿੰਨੀ ਮੈਨੂੰ ਵਕੇਸ਼ਨ ਪੇ ਮਿਲਦੀ ਆ। ਤਾਂ ਗਾਈਜ਼ ਤੁਸੀਂ ਅਮਾਊਂਟ ਕੁਛ ਵੀ ਰੱਖ ਲਓ, ਪਰ ਜੋ ਟੈਕਸਿਸ ਨੇ ਉਹ ਮੇਰੇ ਫਿਕਸ ਨੇ, ਉਹ ਐਕਚੁਅਲ ਨੇ, ਠੀਕ ਆ। ਪਰ ਲੌਜਿਕਸ ਦੀ ਜੋ ਪੇ ਆ ਉਹ ਵੀ ਮੇਰੀ ਜੈਨੂਅਨ ਆ। ਸੋ ਗਾਈਜ਼ ਇਹਦੇ ਵਿੱਚ ਕੀ ਆ ਨਾ ਕਿ ਲਾਈਕ ਤੁਹਾਨੂੰ ਲੋਕ ਬਹੁਤ ਕਹਿੰਦੇ ਆ ਕਿ $200 $300 ਬਣਦਾ ਫਲੈਟ, ਇੱਦਾਂ ਨਹੀਂ ਬਣਦਾ, ਬਹੁਤ ਡਿਫੀਕਲਟ ਹੁੰਦਾ। ਉਹ ਲਾਈਕ ਲੋਕ ਬਕਵਾਸ ਮਾਰਦੇ ਆ। ਐਕਚੁਅਲ ਸੱਚ ਕੀ ਆ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜੇ ਸਪੋਜ਼ ਕਰੋ ਗਾਈਜ਼ ਤੁਸੀਂ ਮਿਨੀਮਮ $16 ਪਰ ਆਵਰ 'ਤੇ ਹਾਇਰ ਹੁੰਦੇ ਹੋ ਮੇਰੀ ਆਹ ਵਾਲੀ ਕੰਪਨੀ 'ਚ ਵਿਨਕਨ, ਠੀਕ ਆ। ਅਤੇ ਇਹਦੇ ਵਿੱਚ ਕੀ ਆ, ਸਪੋਜ਼ ਕਰੋ ਤੁਸੀਂ ਇੱਕ ਦਿਨ ਦੇ ਵਿੱਚ $12 ਲਾਈਕ 12 ਘੰਟੇ ਕੰਮ ਕਰ ਰਹੇ ਹੋ ਗਾਈਜ਼, ਠੀਕ ਆ। ਅਤੇ ਆਪਾਂ ਬਾਈ ਵੀਕਲੀ ਪੇ ਆਉਂਦੀ ਆ, ਤਾਂ ਬਾਈ ਵੀਕਲੀ ਡਿਸਕਸ ਕਰਦੇ ਹਾਂ। ਸਪੋਜ਼ ਕਰੋ ਤੁਸੀਂ $16 ਪਰ ਆਵਰ 'ਤੇ ਹਾਇਰ ਹੋਏ ਹੋ, ਅਤੇ ਤੁਹਾਡੇ ਬਾਈ ਵੀਕਲੀ 88 ਆਵਰਸ ਬਣਦੇ ਆ। ਗਾਈਜ਼ ਮੈਕਸੀਮਮ ਆਵਰਸ ਇੱਕ ਵੀਕ ਦੇ 44 ਹੁੰਦੇ ਆ, ਬਾਈ ਵੀਕਲੀ 88 ਹੁੰਦੇ ਆ। ਉਦੋਂ ਉੱਪਰ ਜੋ ਵੀ ਤੁਸੀਂ ਆਵਰਸ ਕਰੋਗੇ ਕੰਮ ਉਹ ਤੁਹਾਡੇ ਓਵਰ ਟਾਈਮ 'ਚ ਆਉਣਗੇ। ਅਤੇ ਓਵਰ ਟਾਈਮ ਦੀ ਪੇ ਹੁੰਦੀ ਆ 1.5 ਮਲਟੀਪਲੀਕੇਸ਼ਨ, ਲਾਈਕ 16 × 1.5 ਜੋ ਕਿ ਹੁੰਦਾ $24, 1.5 ਗੁਣਾ ਪੇ ਜ਼ਿਆਦਾ ਹੋ ਜਾਂਦੀ ਹੈ ਫਿਰ ਤੁਹਾਡੀ ਘੰਟੇ ਦੀ। ਤਾਂ ਹੁਣ ਆਪਾਂ ਡਿਸਕਸ ਕਰਦੇ ਹਾਂ ਪੇ। ਜੇ ਤੁਹਾਡੀ ਬਾਈ ਵੀਕਲੀ 88 ਬਣਦੇ ਨੋਰਮਲ ਆਵਰਸ, 88 × 16 1408, ਠੀਕ ਆ। ਉਦੋਂ ਬਾਅਦ ਤੁਸੀਂ 8 ਆਵਰਸ ਓਵਰ ਟਾਈਮ ਕੀਤਾ, ਲਾਈਕ 48 ਆਵਰਸ ਇੱਕ ਵੀਕ 'ਚ ਕੀਤੇ ਆ, 48 ਆਵਰਸ ਇੱਕ ਵੀਕ, ਜਿਹਦੇ ਵਿੱਚ ਤੁਹਾਡੇ ਹੋ ਗਏ 88 ਨੋਰਮਲ ਰੈਗੂਲਰ ਆਵਰਸ ਅਤੇ 8 ਆਵਰਸ ਤੁਹਾਡੇ ਓਵਰ ਟਾਈਮ। ਤਾਂ 24 × 8 ਵਿਚ ਇਜ਼ 192 ਅਤੇ ਤੁਹਾਨੂੰ ਵਕੇਸ਼ਨ ਪੇ ਮਿਲਦੀ ਆ। ਅਤੇ ਗਾਈਜ਼ ਵਕੇਸ਼ਨ ਕੀ ਹੁੰਦਾ, ਲਾਈਕ ਕੁਛ ਕੰਪਨੀਆਂ ਨਾ ਤੁਹਾਨੂੰ ਵਕੇਸ਼ਨ ਪੇ ਦਿੰਦੀਆਂ ਨੇ। ਉਹਦੇ ਵਿੱਚ ਕੀ ਹੁੰਦਾ, ਤੁਹਾਡੀ ਵਕੇਸ਼ਨ ਪੇ ਦੇ ਵਿੱਚ ਕੀ ਹੁੰਦਾ, ਜਿੱਦਾਂ ਆਪਾਂ ਇੱਕ ਸਾਲ ਦੇ ਵਿੱਚ ਆਪਾਂ ਇੱਕ ਹਫ਼ਤਾ ਜਾਂ 2 ਹਫ਼ਤਾ ਵਕੇਸ਼ਨ ਲੈਂਦੇ ਹਾਂ। ਉਹ ਕਈ ਕੰਪਨੀਜ਼ ਨਾ ਕੀ ਕਰਦੇ ਆ, ਤੁਹਾਨੂੰ ਵਕੇਸ਼ਨ ਪੇ ਨਹੀਂ ਦਿੰਦੀਆਂ ਹਰ ਪੇ ਚੈੱਕ ਦੇ ਵਿੱਚ। ਅਤੇ ਜਦੋਂ ਤੁਸੀਂ ਵਕੇਸ਼ਨਸ ਲੈਂਦੇ ਹੋ ਬਾਏ ਹਫ਼ਤਾ 2 ਹਫ਼ਤੇ ਦੀਆਂ, ਉਹ ਪੇਡ ਮਿਲ ਜਾਂਦੀਆਂ ਨੇ ਕਿ ਤੁਸੀਂ ਕੰਮ 'ਤੇ ਨਹੀਂ ਜਾ ਰਹੇ ਹਫ਼ਤਾ 2 ਹਫ਼ਤਾ, ਪਰ ਤੁਹਾਨੂੰ ਪੇ ਆ ਰਹੀ ਆ। ਬਟ ਸਿਕਿਉਰਿਟੀ ਦੇ ਵਿੱਚ ਕੀ ਆ ਨਾ, ਤੁਹਾਨੂੰ ਵਕੇਸ਼ਨ ਪੇ ਹਰ ਪੇ ਚੈੱਕ 'ਚ ਮਿਲਦੀ ਆ। ਤਾਂ ਤੁਸੀਂ ਸਿਰਫ ਜਦੋਂ ਤੁਸੀਂ 2 ਹਫ਼ਤੇ ਜਾਂ ਹਫ਼ਤੇ 2 ਹਫ਼ਤੇ ਦੀ ਛੁੱਟੀਆਂ ਲੈਂਦੇ ਹੋ ਤਾਂ ਉਹ ਤੁਹਾਨੂੰ ਪੇ ਨਹੀਂ, ਉਹ 2 ਹਫ਼ਤੇ ਦੀ ਪੇ ਨਹੀਂ ਮਿਲੂਗੀ, ਕਿਉਂਕਿ ਆਲਰੇਡੀ ਤੁਹਾਨੂੰ ਵਕੇਸ਼ਨ ਪੇ ਉਹ ਪੇ ਲਾਈਕ ਵਕੇਸ਼ਨ ਦੀ ਪੇ ਕਰ ਰਹੇ ਆ ਹਰ ਪੇ ਚੈੱਕ ਦੇ ਵਿੱਚ। ਤਾਂ $60 ਜੇ ਤੁਸੀਂ ਫੁੱਲ ਟਾਈਮ ਕੰਮ ਕਰ ਦੋਗੇ ਤਾਂ $60 ਹੈ ਨਾ ਵਿਨਕਨ ਪੇ ਕਰਦੀ ਆ ਵਕੇਸ਼ਨ ਪੇ। ਅਤੇ 60 ਇਹ ਹੋ ਗਏ, ਅਤੇ ਜੇ ਆਪਾਂ ਜੋੜੀਏ 1408 + 192 + 60 = 1660,
ਤੇ ਗਾਈਜ਼ ਜੇ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ ਵਿਨਕਮ ਦੇ ਵਿੱਚ ਤੇ ਤੁਹਾਡਾ 14.5% ਮੈਕਸਿਮਮ ਟੈਕਸ ਡਿਡਕਸ਼ਨਸ ਹੁੰਦੀਆਂ ਨੇ। ਤੇ ਮੇਰੀ 14.5 ਹੁੰਦੀ ਹੈ ਜਦੋਂ ਮੈਂ ਫੁੱਲ ਟਾਈਮ ਕੰਮ ਕਰਾਂ। ਯੂਜਲੀ ਮੈਂ ਪਾਰਟ ਟਾਈਮ ਕੰਮ ਕਰਦਾ ਓਨਲੀ ਵੀਕਐਂਡਸ, ਤੇ ਉਹ ਵੀ ਮੈਂ ਤੁਹਾਨੂੰ ਦੱਸੂੰਗਾ ਵੀ ਕਿੰਨਾ ਹੁੰਦਾ। ਪਰ ਜੇ ਆਪਾਂ ਫੁੱਲ ਟਾਈਮ ਕੰਮ ਕਰੀਏ, ਕਿਉਂਕਿ ਮੈਂ ਫੁੱਲ ਟਾਈਮ ਵੀ ਕੀਤਾ ਹੋਇਆ, ਤਾਂ ਫੁੱਲ ਟਾਈਮ ਦੇ ਵਿੱਚ 14.5% ਟੈਕਸ ਡਿਡਕਸ਼ਨਸ ਹੁੰਦੀਆਂ ਨੇ। ਟੈਕਸ ਡਿਡਕਸ਼ਨ ਦੇ ਵਿੱਚ ਹੁੰਦਾ ਤੁਹਾਡਾ CPP, ਕੈਨੇਡੀਅਨ ਪੈਨਸ਼ਨ ਪਲਾਨ, ਜੋ ਤੁਹਾਡੀ ਲਾਈਕ ਜੋ ਤੁਸੀਂ ਰਿਟਾਇਰ ਹੋ ਜਾਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਦੀ ਪੈਨਸ਼ਨ ਆਉਂਦੀ ਆ। ਫਿਰ ਆਉਂਦੀ ਇੰਪਲੋਈ ਇੰਸ਼ੋਰੈਂਸ, ਐਨੀ ਮੈਡੀਕਲ ਐਮਰਜੈਂਸੀ ਜਾਂ ਕੋਈ ਵੀ ਤੁਹਾਡਾ ਕੱਲ੍ਹ ਨੂੰ ਕੋਈ ਮੈਡੀਕਲ ਖਰਚਾ ਆਉਂਦਾ, ਇੰਸ਼ੋਰੈਂਸ ਵਗੈਰਾ ਹੋ ਜਾਂਦੀ ਆ, ਉਸ ਚੀਜ਼ ਦੀ ਕੰਪਨੀ ਪੇ ਕਰਦੀ ਆ। ਅਤੇ ਫਿਰ ਉਹ ਤੋਂ ਬਾਅਦ ਤੁਹਾਡਾ ਫੈਡਰਲ ਟੈਕਸ ਜੋ ਤੁਹਾਨੂੰ ਵਾਪਸ ਆਉਂਦਾ ਐਜ਼ ਅ ਸਟੂਡੈਂਟ, ਅਤੇ ਜੋ ਤੁਸੀਂ ਗੌਰਮੈਂਟ ਨੂੰ ਪੇ ਕਰਦੇ ਹੋ। ਅਤੇ 1660 ਮਾਈਨਸ 14.5% ਵਿਚ ਇਜ਼ $240.70, ਅਤੇ ਤੁਹਾਡੀ ਬਾਈ ਵੀਕਲੀ ਪੇ ਬਣਦੀ ਆ ਨੋਰਮਲ ਗਾਰਡ ਦੀ 1419.30 ਐਂਡ ਇਹ ਤੁਹਾਡੀ ਹੋ ਗਈ ਬਾਈ ਵੀਕਲੀ ਪੇ। ਇਹ ਤਾਂ ਹੋ ਗਈ ਐਜ਼ ਅ ਨੋਰਮਲ ਗਾਰਡ, ਠੀਕ ਆ, ਵਿਚ ਮੀਨਸ ਤੁਸੀਂ ਨੋਰਮਲ ਗਾਰਡ ਹੋ, ਨੋ ਸੁਪਰਵਾਈਜ਼ਰ ਸਮਥਿੰਗ। ਬਟ ਜੇ ਤੁਸੀਂ ਸੁਪਰਵਾਈਜ਼ਰ ਹੋ, ਸੁਪਰਵਾਈਜ਼ਰ ਦੀ ਮਿਨੀਮਮ ਪੇ ਹੈਗੇ 1950, ਅਤੇ 1950 ਨੂੰ ਆਪਾਂ ਕਰੀਏ 88 ਨਾਲ 1716। ਇਹਦਾ ਜੇ ਆਪਾਂ ਓਵਰ ਟਾਈਮ ਕਰੀਏ, ਓਵਰ ਟਾਈਮ ਹੁੰਦਾ 29.25 1 ਆਵਰ ਇੰਟੂ 8 ਵਿਚ ਇਜ਼ 234। ਵਕੇਸ਼ਨ ਪੇ ਸੇਮ $60, ਅਤੇ ਇਹਦਾ ਟੋਟਲ ਹੁੰਦਾ 2010 14.5% ਟੈਕਸ ਡਿਡਕਸ਼ਨਸ ਵਿਚ ਇਜ਼ $291.45, ਅਤੇ ਇਹਦੀ ਟੋਟਲ ਪੇ ਆਉਂਦੀ ਹੈ 1718.55, ਅਤੇ ਇਹ ਆਉਂਦੀ ਹੈ ਸੁਪਰਵਾਈਜ਼ਰ ਦੀ ਫਲੈਟ। ਹੁਣ ਆਪਾਂ ਗੱਲ ਕਰਦੇ ਹਾਂ ਜੀ ਐਜ਼ ਤੁਸੀਂ ਨੋਰਮਲ ਗਾਰਡ ਐਜ਼ ਅ ਵਿਨਕਮ ਦੇ ਵਿੱਚ ਤੁਸੀਂ ਜੇ ਪਾਰਟ ਟਾਈਮ ਕੰਮ ਕਰ ਰਹੇ ਹੋ। ਪਾਰਟ ਟਾਈਮ ਲਾਈਕ ਮੈਂ ਪਾਰਟ ਟਾਈਮ ਕਰਦਾ 24 ਆਵਰਸ ਇਨ ਅ ਵੀਕ, ਠੀਕ ਆ, ਓਨਲੀ ਔਨ ਵੀਕਐਂਡਸ, 12 ਘੰਟੇ ਦੇ 2 ਸ਼ਿਫਟਾਂ, ਅਤੇ ਮੈਨੂੰ ਬਾਈ ਵੀਕਲੀ 48 ਆਵਰਸ ਬਣਦੇ ਆ। ਤਾਂ 16 into 48 768, ਅਤੇ ਇਹਦੀ ਵਕੇਸ਼ਨ ਪੇ ਵੀ ਘੱਟ ਹੁੰਦੀ ਆ ਕਿਉਂਕਿ ਮੈਂ ਪਾਰਟ ਟਾਈਮ ਆ। ਅਤੇ ਪਾਰਟ ਟਾਈਮ ਦੀ ਵਕੇਸ਼ਨ ਪੇ ਹੁੰਦੀ ਆ $35, ਅਤੇ 803, ਅਤੇ ਇਹਦਾ ਟੈਕਸ ਡਿਡਕਸ਼ਨਸ ਵੀ ਬਹੁਤ ਘੱਟ ਨੇ, 8.5% ਟੈਕਸ ਡਿਡਕਸ਼ਨਸ ਹੁੰਦੀਆਂ ਨੇ ਪਾਰਟ ਟਾਈਮ ਦੀਆਂ। 803 ਮਾਈਨਸ 8.5% ਵਿਚ ਇਜ਼ $68.25, ਐਂਡ ਤੁਹਾਨੂੰ ਪੇ ਆਉਂਦੀ ਆ 734.70 ਠੀਕ ਆ, ਅਤੇ ਤੁਹਾਨੂੰ ਇਹ ਆਉਂਦੀ ਆ ਬਾਈ ਵੀਕਲੀ। ਇਹ ਤਾਂ ਹੋ ਗਿਆ ਵਿਨਕਮ ਦਾ। ਹੁਣ ਆਪਾਂ ਗੱਲ ਕਰਦੇ ਹਾਂ ਲੌਜਿਕਸ ਦਾ। ਲੌਜਿਕ ਦੇ ਵਿੱਚ ਕੀ ਆ, ਡਿਫਰੈਂਟ ਪੇਜ਼ ਨੇ ਡਿਫਰੈਂਟ ਸਾਈਟਸ ਦੀਆਂ। ਵਿਨਕਮ 'ਚ ਤੁਹਾਡੀ ਜੋ ਤੁਸੀਂ ਹਾਇਰ ਹੋ ਗਏ ਇੱਕ ਪੇ ਰੇਟ 'ਤੇ, ਕੋਈ ਵੀ ਸਾਈਡ 'ਤੇ ਚਲੇ ਜਾਓ ਸੇਮ ਪੇ ਰੇਟ 'ਤੇ ਕੰਮ ਕਰਨਾ। ਬਟ ਲੌਜਿਕਸ ਦਾ ਕੀ ਆ, ਡਿਫਰੈਂਟ ਸਾਈਟਸ 'ਤੇ ਜਾਓਗੇ ਤਾਂ ਡਿਫਰੈਂਟ ਪੇ ਮਿਲੂਗੀ। ਬਟ ਮੈਂ ਹੈਗਾ ਸਿਟੀ ਆਫ ਟੋਰੰਟੋ ਦਾ ਗਾਰਡ, ਅਤੇ ਸਿਟੀ ਆਫ ਟੋਰੰਟੋ ਦੀ ਗਾਰਡ ਦੀ ਹੈਗੀ 17.30 ਨੋਰਮਲ ਦੀ, ਅਤੇ 19.50 ਐਜ਼ ਅ ਸੁਪਰਵਾਈਜ਼ਰ ਸੇਮ। ਬਟ ਇਹਦੇ ਵਿੱਚ ਟੈਕਸ ਡਿਡਕਸ਼ਨਸ ਜ਼ਿਆਦਾ ਹੁੰਦੀਆਂ ਨੇ, ਪਰਸੈਂਟੇਜ ਜ਼ਿਆਦਾ ਹੁੰਦੀ ਆ। ਜਿੱਦਾਂ ਲੋਕ ਕਹਿੰਦੇ ਆ ਕਿ ਟੈਕਸ ਡਿਡਕਸ਼ਨਸ ਹੁੰਦੀਆਂ ਨੇ 13%, ਇੱਦਾਂ ਨਹੀਂ ਆ। ਇਹ ਤੁਹਾਡੀ ਲਾਈਕ ਕੰਪਨੀ ਤੇ ਕੰਪਨੀ ਡਿਪੈਂਡ ਕਰਦਾ, ਅਤੇ ਦੂਜਾ ਤੁਸੀਂ ਜਿੰਨੇ ਘੰਟੇ ਕੰਮ ਕਰਦੇ ਹੋ, ਸਟੈਟ ਇੰਕਲੂਡਿਡ ਆ ਜਾਂ ਨਹੀਂ ਹੈਗਾ ਵਗੈਰਾ, ਉਹ 'ਤੇ ਵੀ ਡਿਪੈਂਡ ਕਰਦਾ। ਅਤੇ ਲੌਜਿਕ ਦੇ ਵਿੱਚ 1730 into 88 ਬਾਈ ਵੀਕਲੀ ਇਟਸ ਇਕੁਅਲ ਟੂ 1522.40। ਜੇ ਆਪਾਂ ਇਹਦਾ ਕਰ ਦਈਏ 1.5 ਗੁਣਾ ਪੇ ਲਾਈਕ 8 ਆਵਰਸ ਦਾ, 25.950 into 8 207.6, ਅਤੇ $80 ਦੀ ਵਕੇਸ਼ਨ ਪੇ ਮਿਲਦੀ ਆ। ਅਤੇ ਲੌਜਿਕਸ ਦੇ ਵਿੱਚ ਟੈਕਸ ਜਾਂ ਇੱਕ ਬਹੁਤ ਜ਼ਿਆਦਾ ਡਿਡਕਟ ਹੁੰਦਾ। ਜੇ ਆਪਾਂ ਕਰ ਲਾਈਏ ਹਿਸਾਬ 1810 ਬਣਦੇ ਆ ਬਾਈ ਵੀਕਲੀ, ਅਤੇ ਇਹਦਾ ਡਿਡਕਸ਼ਨ ਕਰਦੀ ਆ ਟੈਕਸ 21%, ਬਹੁਤ ਜ਼ਿਆਦਾ, ਵਿਚ ਇਜ਼ $380, ਅਤੇ ਤੁਹਾਨੂੰ ਫਲੈਟ ਬਣਦੇ ਆ 1429.90 ਵਿਚ ਇਜ਼ ਐਜ਼ ਅ ਨੋਰਮਲ ਟੈਕਟੀਕਲ ਗਾਰਡ। ਬਟ ਜੇ ਤੁਸੀਂ ਸੁਪਰਵਾਈਜ਼ਰ ਹੋ ਸੇਮ 19.5 into 88 1716, 29.25 into 8 equal to 234, ਸੇਮ ਵਕੇਸ਼ਨ ਪੇ 2030 to 2030 ਮਾਈਨਸ 21% ਵਿਚ ਇਜ਼ 426.30 ਤੁਹਾਨੂੰ ਫਲੈਟ ਬਣਦੇ ਆ $1603.7 ਸੋ ਗਾਈਜ਼ ਇਹ ਤਾਂ ਹੋ ਗਿਆ ਆਪਣੀ ਪੇ। ਹੁਣ ਮੈਂ ਤੁਹਾਨੂੰ ਇੱਕ ਟਿਪ ਦੇਣਾ ਚਾਹੂੰਗਾ ਗਾਈਜ਼, ਬੀ ਯੂਨੀਅਨਾਈਜ਼ਡ। ਜੇ ਤੁਸੀਂ ਯੂਨੀਅਨਾਈਜ਼ਡ ਹੋ ਨਾ, ਤਾਂ ਇਨ ਕੇਸ ਕੱਲ੍ਹ ਨੂੰ ਤੁਹਾਡੀ ਕੰਪਨੀ ਨਾਲ ਕੋਈ ਲਾਈਕ ਲੜਾਈ ਚੜਾਈ ਹੁੰਦੀ ਆ, ਜਾਂ ਕੋਈ ਤੁਹਾਨੂੰ ਕੰਪਨੀ ਬਿਨਾਂ ਮਤਲਬ ਫਾਇਰ ਕਰਦੀ ਆ, ਜਾਂ ਕੁਛ ਵੀ ਕਰਦੀ ਆ, ਲਾਈਕ ਸਪੋਰਟ ਨਹੀਂ ਕਰਦੀ, ਲਾਈਕ ਮੈਂਟਲ ਹਰਾਸਮੈਂਟ ਹੁੰਦੀ ਆ, ਵਰਕ ਪਲੇਸ ਹਰਾਸਮੈਂਟ ਹੁੰਦੀ ਆ, ਤੁਹਾਡੀ ਕੰਪਨੀ ਨੂੰ ਤੁਹਾਨੂੰ ਨਹੀਂ ਸਪੋਰਟ ਕਰਦੀ, ਤਾਂ ਯੂਨੀਅਨ ਤੁਹਾਡੇ ਬੇਸਿਸ 'ਤੇ ਇੱਕ ਲਾਇਰ ਹਾਇਰ ਕਰਦੀ ਆ ਤੁਹਾਡੇ ਵਾਸਤੇ, ਜੋ ਤੁਹਾਡੇ ਤੁਹਾਡੇ ਬਿਹਾਫ ਕੇਸ ਲੜੂਗਾ ਤੁਹਾਡੀ ਕੰਪਨੀ ਨਾਲ, ਜੇ ਤੁਹਾਡੀ ਕੰਪਨੀ ਤੁਹਾਨੂੰ ਨਹੀਂ ਸਪੋਰਟ ਕਰ ਰਹੀ, ਅਤੇ ਉਸ ਬੰਦੇ ਨਾਲ ਜਿਹਨੇ ਤੁਹਾਨੂੰ ਹਰਾਸ ਕੀਤਾ, ਵਰਕ ਪਲੇਸ ਹਰਾਸਮੈਂਟ, ਲਾਈਕ ਕਈ ਵਾਰ ਤੁਸੀਂ ਕਾਰਪੋਰੇਟ ਸਿਕਿਉਰਿਟੀ ਨਾਲ ਕੰਮ ਕਰ ਰਹੇ ਹੋ, ਕਾਰਪੋਰੇਟ ਸਿਕਿਉਰਿਟੀ ਨਹੀਂ ਵਧੀਆ ਤੁਹਾਡੇ ਨਾਲ ਡੀਲ ਕਰਦੀ, ਤੁਸੀਂ ਆਪਣੀ ਕੰਪਨੀ ਨੂੰ ਦੱਸਦੇ ਹੋ, ਬਟ ਕੰਪਨੀ ਦਾ ਕੀ ਹੈ, ਹਮੇਸ਼ਾ ਆਪਣੇ ਕਲਾਇੰਟ ਦਾ ਦੇਖਦੀ ਆ,
ਠੀਕ ਆ। ਜੇ ਤੁਹਾਨੂੰ ਨਹੀਂ ਸਪੋਰਟ ਕਰਦੇ ਤੁਸੀਂ ਯੂਨੀਅਨ ਦੇ ਵਿੱਚ ਜਾ ਕੇ ਕੰਪਲੇਂਟ ਪਾ ਸਕਦੇ ਹੋ ਆਪਣੀ ਕੰਪਨੀ ਦੀ, ਤੁਹਾਡੀ ਬਿਹਾਫ ਤੁਹਾਡੀ ਕੰਪਨੀ ਨਾਲ ਕੇਸ ਲੜਨਗੇ ਜਾਂ ਉਹਨਾਂ ਨਾਲ ਲਾਈਕ ਕੁਛ ਵੀ ਤੁਹਾਡਾ ਮੈਟਰ ਸੋਲਵ ਕਰਕੇ ਤੁਹਾਨੂੰ ਸਪੋਰਟ ਕਰਨਗੇ। ਲਾਈਕ ਯੂ ਵਿਲ ਨਾਟ ਫੀਲ ਲਾਈਕ ਤੁਹਾਡੀ ਕੋਈ ਸਪੋਰਟ ਕਰਨ ਨੂੰ ਹੈ ਨਹੀਂ ਗਾ। ਸੋ ਗਾਈਜ਼ ਹੁਣ ਆਪਣੀ ਹੋ ਗਈ ਲਾਇਸੈਂਸ ਬਾਰੇ ਗੱਲ, ਜੋਬ ਬਾਰੇ ਗੱਲ, ਯੂਨੀਫਾਰਮ ਬਾਰੇ ਗੱਲ ਅਤੇ ਪੇ ਬਾਰੇ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਮੋਸ਼ਨਸ ਦੀ। ਸੋ ਗਾਈਜ਼ ਜੇ ਤੁਸੀਂ ਐਜ਼ ਅ ਸਿਕਿਉਰਿਟੀ ਗਾਰਡ ਕੰਮ ਕਰਦੇ ਹੋ ਵਿਦ ਸਿਟੀ ਆਫ ਟੋਰਾਂਟੋ, ਲਾਈਕ ਸਿਟੀ ਆਫ ਟੋਰਾਂਟੋ ਹੁੰਦਾ ਟੋਰਾਂਟੋ ਦਾ ਗ੍ਰੇਟਰ ਏਰੀਆ, ਟੋਰਾਂਟੋ ਏਰੀਆ, ਡਾਊਨਟਾਊਨ ਏਰੀਆ, ਹੈ ਨਾ। ਜੇ ਤੁਸੀਂ ਮਿਨੀਮਮ 1.5 ਜਾਂ 1 ਈਅਰ ਕੰਮ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜਾਓਗੇ ਆਪਣੇ ਰਿਜ਼ੂਮੇ ਅਪਡੇਟ ਕਰਕੇ ਨਾ, ਤਾਂ ਤੁਹਾਨੂੰ ਉਹਨਾਂ ਨੇ ਸੁਪਰਵਾਈਜ਼ਰ ਦੀ ਜੋਬ ਦੇ ਦੇਣੀ ਹੈ। ਕਿਉਂਕਿ ਸੁਪਰਵਾਈਜ਼ਰ ਦੀ ਪਹਿਲੀ ਕੁਆਲੀਫਿਕੇਸ਼ਨ ਇਹ ਹੁੰਦੀ ਹੈ ਕਿ ਮਿਨੀਮਮ 1 ਈਅਰ ਐਕਸਪੀਰੀਅੰਸ ਇਨ ਸਿਕਿਉਰਿਟੀ ਇਨ ਕੈਨੇਡਾ। ਇਫ ਯੂ ਆਰ ਇਨ ਸਿਟੀ ਆਫ ਟੋਰਾਂਟੋ ਦੈਟਸ ਗੁੱਡ, ਉਹ ਤੁਹਾਡੀ ਆਈ ਕੈਚਿੰਗ ਬਣ ਜਾਂਦੀ ਆ, ਅਦਰਵਾਈਜ਼ ਫਿਰ ਵੀ ਹਾਇਰ ਹੋ ਜਾਂਦੇ ਆ। ਹੁਣ ਜਿਵੇਂ ਲੌਜਿਕਸ ਦਾ ਕੀ ਆ, ਲੌਜਿਕਸ ਦੇ ਵਿੱਚ ਕੀ ਆ, ਜੇ ਤੁਸੀਂ 1.5 ਸਾਲ ਜਾਂ ਤੁਹਾਨੂੰ ਮਿਨੀਮਮ 1 ਈਅਰ ਹੋ ਗਿਆ ਕੰਮ ਕਰਦੇ ਨੂੰ ਨਾ, ਤਾਂ ਤੁਹਾਨੂੰ ਪ੍ਰਮੋਟ ਕਰ ਦਿੰਦੇ ਆ ਈਜ਼ੀਲੀ, ਯੂ ਕੈਨ ਈਜ਼ੀਲੀ ਬੀ ਪ੍ਰਮੋਟਿਵ। ਬਟ ਵਿਨਕਨ ਦਾ ਕੀ, ਤੁਸੀਂ ਸਾਲ 2 ਸਾਲ ਵੀ ਕੰਮ ਕਰੀ ਜਾਓਗੇ ਨਾ, ਉਹਨਾਂ ਤੁਹਾਨੂੰ ਪ੍ਰਮੋਟ ਨਹੀਂ ਕਰਨਾ, ਬਿਕੋਜ਼ ਇਹਨਾਂ ਦੀ ਮੋਸਟਲੀ ਸਾਈਟਸ ਕਿੱਥੇ ਨੇ, ਮਾਰਕਹਮ ਜਾਂ ਸਕਾਰਬਰੋ, ਤਾਂ ਉਹ ਰਿਸਕੀ ਏਰੀਆਜ਼ ਨਹੀਂ ਹੈਗੇ, ਉਹਦਾ ਇੰਨਾ ਲਾਈਕ ਇੰਪੈਕਟ ਨਹੀਂ ਪੈਂਦਾ ਤੁਹਾਡੀ ਐਕਸਪੀਰੀਅੰਸ 'ਤੇ, ਠੀਕ ਆ। ਅਤੇ ਗਾਈਜ਼ ਤੁਹਾਨੂੰ ਪ੍ਰਮੋਸ਼ਨ ਈਜ਼ੀਲੀ ਮਿਲ ਜਾਂਦੀ ਹੈ ਕਿਸੇ ਵੀ ਕੰਪਨੀ ਦੇ ਵਿੱਚ। 2 ਈਅਰ ਦਾ ਜਾਂ 1 ਈਅਰ ਦਾ ਐਕਸਪੀਰੀਅੰਸ ਲੈ ਕੇ ਜਾਓਗੇ, ਉਹਨਾਂ ਨੇ ਤੁਹਾਨੂੰ ਐਜ਼ ਸੁਪਰਵਾਈਜ਼ਰ ਹਾਇਰ ਕਰ ਲੈਣਾ, ਇਟਸ ਅ ਗੁੱਡ, ਠੀਕ ਆ। ਅਤੇ ਗਾਈਜ਼ ਮੋਬਾਈਲ ਗਾਰਡ ਦੀ ਵੀ ਸੇਮ ਪੇ ਹੁੰਦੀ ਆ 1950 ਜਾਂ 1930 ਐਜ਼ ਅ ਸੁਪਰਵਾਈਜ਼ਰ, ਬਟ ਉਹ ਸੁਪਰਵਾਈਜ਼ਰ ਨਹੀਂ ਹੁੰਦਾ, ਉਹਦੀ ਬਸ ਪੇ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ, ਉਹਨਾਂ ਨੇ ਡਰਾਈਵ ਕਰਨਾ ਹੁੰਦਾ, ਉਹਨਾਂ ਦੀ ਲਾਈਕ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਨੇ ਡਰਾਈਵ ਕਰਨਾ। ਅਤੇ ਮੋਬਾਈਲ ਗਾਰਡ ਦੀ ਜੇ ਤੁਸੀਂ ਲਾਈਕ ਹੈ ਨਾ ਜੋਬ ਲੈਣੀ ਆ, ਤੁਹਾਨੂੰ ਮੈਂ ਦੱਸਿਆ ਸੀਗਾ ਮਿਨੀਮਮ 25 ਈਅਰਸ ਆਫ ਫੇਸ ਚਾਹੀਦੀ ਆ, ਅਤੇ ਜੀ ਲਾਇਸੈਂਸ ਚਾਹੀਦਾ, ਅਤੇ ਕਲੀਅਰ ਐਬਸਟਰੈਕਟ ਚਾਹੀਦਾ। ਫਿਰ ਜਾ ਕੇ ਤੁਹਾਨੂੰ ਮੋਬਾਈਲ ਹੈ ਨਾ ਉਹਦੇ ਵਿੱਚ ਵੀ ਤੁਹਾਨੂੰ ਲਾਈਕ ਸਿਟੀ ਆਫ ਟੋਰਾਂਟੋ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਐਜ਼ ਅ ਸਿਕਿਉਰਿਟੀ ਗਾਰਡ, ਫਿਰ ਜਾ ਕੇ ਤੁਸੀਂ ਮੋਬਾਈਲ ਗਾਰਡ ਬਣ ਸਕਦੇ ਹੋ। ਸੋ ਗਾਈਜ਼ ਇਹ ਤਾਂ ਹੋ ਗਈ ਪ੍ਰਮੋਸ਼ਨਸ ਦੀ। ਹੁਣ ਆਪਾਂ ਮੇਨ ਗੱਲ ਕਰਦੇ ਹਾਂ PR ਦੀ, ਕਿ ਲਾਈਕ ਕੈਨ ਵੀ ਗੈਟ PR ਵਿਦ ਸਿਕਿਉਰਿਟੀ। ਸੋ ਇਹਦਾ ਆਨਸਰ ਹੈਗਾ ਯੈਸ, ਆਪਾਂ PR ਲੈ ਸਕਦੇ ਹਾਂ ਗਾਈਜ਼। PR ਦੇ ਵਿੱਚ ਕੀ ਆ, ਤੁਹਾਡੀ PR ਦੀ ਕੁਆਲੀਫਿਕੇਸ਼ਨ ਚਾਹੀਦੀ ਆ ਕਿ ਤੁਸੀਂ NOCB ਲੈਵਲ ਦੀ ਜੋਬ ਕਰਨੀ ਆ। NOCB ਦੇ ਵਿੱਚ ਆ ਜਾਂਦਾ ਸੁਪਰਵਾਈਜ਼ਰ, ਤਾਂ ਜੇ ਤੁਸੀਂ ਸਾਲ 2 ਸਾਲ ਸੁਪਰਵਾਈਜ਼ਰ ਦੀ ਲਾਈਕ ਪੋਸਟ 'ਤੇ ਕੰਮ ਕਰ ਰਹੇ ਹੋ, ਉਹਦਾ ਐਕਸਪੀਰੀਅੰਸ ਗੇਨ ਕਰਕੇ PR ਦੀ ਫਾਈਲ ਲਗਾ ਰਹੇ ਹੋ, ਤਾਂ ਤੁਹਾਨੂੰ PR ਮਿਲ ਸਕਦੀ ਆ। ਬਟ ਗਾਈਜ਼ ਇਹ ਤੁਹਾਨੂੰ ਫੀਲਡ ਜੋਬ ਮਿਲ ਰਹੀ ਆ, ਤਾਂ ਮੈਂ ਤੁਹਾਨੂੰ ਕਹੂੰਗਾ ਕਿ ਆਪਣੀ ਸਿਕਿਉਰਿਟੀ ਜੋਬ ਛੱਡ ਕੇ ਫੀਲਡ ਜੋਬ ਕਰਨੀ ਜਾਓ, ਪੇ ਵੀ ਜ਼ਿਆਦਾ ਹੁੰਦੀ ਆ, ਅਤੇ ਫੀਲਡ ਜੋਬ ਦੇ ਵਿੱਚ ਗਰੰਟੀ ਹੁੰਦੀ ਆ PR ਦੀ, ਉਹਦੇ ਪੁਆਇੰਟਸ ਜ਼ਿਆਦਾ ਬਣਦੇ ਆ। ਸਿਕਿਉਰਿਟੀ ਦੇ ਵਿੱਚ ਕੀ ਆ, ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਆਏ ਹੋ ਤਾਂ ਤੁਸੀਂ ਹੈ ਨਾ NOCB ਦੀ ਜੋਬ ਕਰ ਰਹੇ ਹੋ, ਐਕਸਪੀਰੀਅੰਸ ਬਣਦਾ, ਫਿਰ ਤੁਹਾਡੇ ਪੁਆਇੰਟਸ ਪੂਰੇ ਆ ਜਾਂਦੇ ਆ। ਹੁਣ ਮੈਂ +2 ਤੋਂ ਬਾਅਦ ਆਇਆ, ਜੇ ਮੈਂ ਸੁਪਰਵਾਈਜ਼ਰ ਦੀ 1 ਸਾਲ ਕਰੂੰਗਾ ਜੋ ਮਿਨੀਮਮ ਰਿਕੁਆਇਰਮੈਂਟ ਹੈ PR ਵਾਸਤੇ, ਮੇਰੇ ਪੁਆਇੰਟਸ ਨਹੀਂ ਬਣਨੇ, ਤਾਂ ਮੈਨੂੰ ਕਿਸੇ ਤੋਂ LMI ਚਾਹੀਦਾ, ਠੀਕ ਹੈ। LMI ਦੇ 50 ਪੁਆਇੰਟਸ ਮਿਲਦੇ ਆ, ਜਾਂ ਫਰੈਂਚ ਆਉਣੀ ਚਾਹੀਦੀ ਆ, ਫਰੈਂਚ ਦਾ ਸਰਟੀਫਿਕੇਟ ਹੋਵੇ ਤਾਂ ਉਹਦੇ ਪੁਆਇੰਟਸ ਮਿਲ ਜਾਂਦੇ ਆ, ਜਾਂ ਫਿਰ PNP ਅਪਲਾਈ ਕਰਨੀ ਆ। PNP ਵਾਸਤੇ ਮੈਨੂੰ ਆਪਣੀ ਲਾਈਕ ਲੋਕੇਸ਼ਨ ਚੇਂਜ ਕਰਨੀ ਪਊਗੀ, ਅਲਬਰਟਾ ਜਾਂ ਫਿਰ ਆਪਣਾ ਵਿਨੀਪੈਗ ਜਾਂ ਫਿਰ ਨੂਨਾਵਤ, ਨੋਵਾ ਸਕੋਸ਼ੀਆ, ਇੱਦਾਂ ਜਾਣਾ ਪਊਗਾ। ਸੋ ਗਾਈਜ਼ ਇਹ ਤਾਂ ਹੋ ਗਿਆ ਆਪਣਾ PR ਦਾ, ਕਿ ਤੁਸੀਂ PR ਲੈ ਸਕਦੇ ਹੋ, ਤਾਂ ਆਨਸਰ ਇਜ਼ ਵੈਰੀ ਈਜ਼ੀ, ਯੈਸ ਯੂ ਕੈਨ ਗੈਟ PR, ਬਟ ਡਿਪੈਂਡਸ ਅਪੋਨ ਯੂਅਰ ਕੁਆਲੀਫਿਕੇਸ਼ਨ, ਯੂਅਰ ਐਕਸਪੀਰੀਅੰਸ ਐਂਡ ਯੂਅਰ ਲਾਈਕ ਤੁਸੀਂ ਇੰਡੀਆ 'ਚ ਕੀ ਕਰਕੇ ਆਏ ਹੋ, ਜਾਂ ਤੁਹਾਡੀ ਸਟੱਡੀ ਕੀ ਆ, ਵਟਸੋਐਵਰ ਇਟ ਇਜ਼, ਰਾਈਟ। ਸੋ ਗਾਈਜ਼ ਹੁਣ ਆਪਾਂ ਗੱਲ ਕਰਦੇ ਹਾਂ ਬੈਨੀਫਿਟਸ ਅਤੇ ਡਿਸਐਡਵਾਂਟੇਜਸ ਆਫ ਵਰਕਿੰਗ ਐਜ਼ ਅ ਸਿਕਿਉਰਿਟੀ ਗਾਰਡ। ਅਤੇ ਵੀਡੀਓ ਬਹੁਤ ਲੰਬੀ ਹੋ ਰਹੀ ਆ, ਸੋ ਗਾਈਜ਼ ਆਈ ਐਮ ਸੋਰੀ ਫੋਰ ਡੈਟ, ਬਟ ਸਾਰੀ ਚੀਜ਼ ਡਿਟੇਲ 'ਚ ਦੱਸਣੀ ਵਧੀਆ ਹੁੰਦਾ ਨਾ। ਲਾਈਕ ਮੇਰੀ ਆਦਤ ਆ ਕਿ ਮੈਂ ਜੇ ਵੀਡੀਓ ਬਣਾ ਰਿਹਾ ਤਾਂ ਪ੍ਰੋਪਰ ਬਣਾਵਾਂ, ਇੱਕ ਵਾਰ 'ਚ ਸਾਰਾ ਕੰਮ ਦੱਸਦਾ, ਇੱਕ ਵਾਰੀ ਸਾਰੀ ਗਾਈਡੈਂਸ ਵਗੈਰਾ ਜਾਂ ਐਕਸਪੀਰੀਅੰਸ ਵਗੈਰਾ ਸ਼ੇਅਰ ਕਰਦਾ। ਕਿਉਂਕਿ ਜਦੋਂ ਮੈਂ ਅਪਲਾਈ ਕੀਤੀ ਸਿਕਿਉਰਿਟੀ ਗਾਰਡ ਦੀ ਜੋਬ, ਉਦੋਂ ਮੇਰੇ ਕੋਲ ਗਾਈਡੈਂਸ ਨਹੀਂ ਸੀਗੀ, ਅਤੇ ਮੈਨੂੰ ਬਹੁਤ ਡਿਫੀਕਲਟੀ ਹੋਈ ਸੀਗੀ ਜੋਬ ਲੈਣ ਦੇ ਵਿੱਚ ਜਾਂ ਵਟਸੋਐਵਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦੇ ਵਿੱਚ, ਹੈ ਨਾ। ਸੋ ਗਾਈਜ਼ ਹੁਣ ਆਪਾਂ ਗੱਲ ਕਰਦੇ ਹਾਂ ਬੈਨੀਫਿਟਸ ਅਤੇ ਡਿਸਐਡਵਾਂਟੇਜਸ ਦੀ। ਬੈਨੀਫਿਟਸ ਕੀ ਨੇ, ਇਹ ਹੈਗੀ ਆ ਇੱਕ ਵਾਈਟ ਕਾਲਰ ਜੋਬ ਆ, ਤੁਸੀਂ ਪ੍ਰੋਪਰ ਯੂਨੀਫਾਰਮ ਪਾ ਕੇ ਜਾਂਦੇ ਹੋ, ਠੀਕ ਆ। ਤੁਹਾਨੂੰ ਤੁਹਾਡੀ ਪ੍ਰੋਪਰ ਸਕੈਡਿਊਲ ਹੁੰਦਾ, ਪ੍ਰੋਪਰ ਪੇ ਹੁੰਦੀ ਆ, ਪੇ ਸਟੱਬਸ ਆਉਂਦੇ ਆ, ਠੀਕ ਆ। ਤੁਹਾਡੀ ਫਿਕਸ ਜੋਬ ਹੁੰਦੀ ਆ, ਫਿਕਸ ਜੋਬ ਲਾਈਕ ਜਦੋਂ ਪ੍ਰੋਬੇਸ਼ਨ ਪੀਰੀਅਡ ਖਤਮ ਕਰ ਦਿੰਦੇ ਹੋ ਤੁਹਾਡੀ, ਫਿਰ ਲਾਈਕ ਤੁਹਾਡੇ ਕੋਲ ਐਮਪਲੋਈ ਲੈਟਰ, ਲਾਈਕ ਪੱਕਾ ਐਮਪਲੋਇਮੈਂਟ ਦਾ ਲੈਟਰ ਆ ਜਾਂਦਾ ਕਿ ਤੁਸੀਂ ਕਿਸੇ ਕੰਪਨੀ ਲਾਈਕ ਸਪੈਸੀਫਿਕ ਕੰਪਨੀ ਦੇ ਐਮਪਲੋਇਰ ਹੋ। ਸੋ ਗਾਈਜ਼ ਇਹਦੇ ਵਿੱਚ ਕੀ ਹੁੰਦਾ ਕਿ ਲਾਈਕ ਵਾਈਟ ਕਾਲਰ ਜੋਬ ਆ, ਜਿੱਥੇ ਵੀ ਤੁਸੀਂ ਜਾਂਦੇ ਹੋ ਲੋਕ ਰਿਸਪੈਕਟ ਦਿੰਦੇ ਆ। ਲਾਈਕ ਹੁਣ ਮਾਸ ਸਾਈਡ 'ਤੇ ਕੰਮ ਕਰਦਾ, ਦਿਸ ਇਜ਼ ਅ ਯੂਨੀਵਰਸਿਟੀ, ਅਤੇ ਇੱਥੇ ਮੈਨੂੰ ਸਾਰੇ ਸਟੂਡੈਂਟਸ ਰਿਸਪੈਕਟ ਕਰਦੇ ਆ, ਟੀਚਰਸ ਰਿਸਪੈਕਟ ਕਰਦੇ ਆ, ਜੋ ਵੀ ਆਪਣੇ ਗੈਸਟ ਵਗੈਰਾ ਆਉਂਦੇ ਆ ਉਹ ਮੈਨੂੰ ਰਿਸਪੈਕਟ ਦਿੰਦੇ ਆ, ਹੈ ਨਾ। ਸਰ ਕਹਿੰਦੇ ਆ, ਮੈਂ ਹੈ ਨਾ ਆਪਾਂ ਵੀ ਰਿਸਪੈਕਟ ਦਿੰਦੇ ਆ, ਉਹ ਵੀ ਦਿੰਦੇ ਆ, ਅਤੇ ਲਾਈਕ ਇਟਸ ਅ ਗੁੱਡ ਜੋਬ।
ਹੁਣ ਇਹਦੇ ਵਿੱਚ ਤੁਹਾਨੂੰ ਵਧੀਆ ਪੇ ਮਿਲ ਜਾਂਦੀ ਆ, ਵਧੀਆ ਲਾਈਕ ਬ੍ਰੇਕ ਮਿਲ ਜਾਂਦੀ ਆ। ਹੁਣ ਬ੍ਰੇਕ ਦਾ ਸਿਸਟਮ ਕਹਿੰਦਾ ਤੁਸੀਂ ਜਦੋਂ ਤੁਹਾਡਾ ਮਨ ਕਰੇ ਤੁਸੀਂ ਬ੍ਰੇਕ ਲੈ ਸਕਦੇ ਹੋ। ਹੁਣ ਮੇਰੀ ਆਹ ਸ਼ਿਫਟ ਆ ਗਾਈਜ਼ 12 ਘੰਟੇ ਸ਼ਿਫਟ ਆ ਅਤੇ ਮੈਂ ਕਦੋਂ ਵੀ ਬ੍ਰੇਕ ਲੈ ਸਕਦਾ। ਈਵਨ ਕਿ ਹੁਣ ਮੈਂ ਮੋਨੀਟਰਿੰਗ ਕਰ ਰਿਹਾ, CCTV ਮੋਨੀਟਰ ਕਰਨੇ ਹੁੰਦੇ, ਮੇਰਾ ਮੋਸਟਲੀ ਕੰਮ ਮੋਨੀਟਰਿੰਗ CCTV ਆ। ਅਤੇ ਮੈਂ ਹੁਣ ਵੀ ਬੈਠਾ ਲਾਈਕ ਕਦੀ ਕੋਕ ਪੀ ਰਿਹਾ, ਕਦੀ ਕੁਛ ਖਾ ਰਿਹਾ, ਜਾਂ ਇੱਦਾਂ ਕਰ ਸਕਦੇ ਹਾਂ ਆਪਾਂ। ਹੋਰ ਗਾਈਜ਼ ਇਹਦੇ ਵਿੱਚ ਆਪਣਾ ਬੈਨੀਫਿਟ ਆ ਜਾਂਦਾ, ਆਪਾਂ ਨੂੰ PR ਮਿਲ ਜਾਂਦੀ ਆ, ਜੇ ਆਪਣੇ ਕੋਲ ਸੁਪਰਵਾਈਜ਼ਰ ਦੀ ਜੋਬ ਆ, ਹੈ ਨਾ। ਆਪਾਂ ਨੂੰ ਉਹਦੇ ਵਿੱਚ ਜ਼ਿਆਦਾ ਹੋਰ ਪੇ ਮਿਲ ਜਾਂਦੀ ਆ, ਵੋਕੇਸ਼ਨ ਪੇ ਮਿਲ ਜਾਂਦੀ ਆ। ਯੂਜਲੀ ਦੂਸਰੀ ਕੰਪਨੀ ਦਾ ਆਪਾਂ ਨੂੰ ਵੋਕੇਸ਼ਨ ਪੇ ਉਹਦੀ ਦਿੰਦੇ ਨੇ ਜੇ ਆਪਾਂ ਵੋਕੇਸ਼ਨ ਲਈਏ ਹਫਤੇ 2 ਹਫਤੇ ਦੀਆਂ, ਬਟ ਇਹ ਵੋਕੇਸ਼ਨ ਪੇ ਦਿੰਦੇ ਰਹਿੰਦੇ ਆ, ਚਾਹੇ ਤੁਸੀਂ ਵੋਕੇਸ਼ਨ ਲਓ ਜਾਂ ਨਾ ਲਵੋ। ਹੁਣ ਇਹ ਫੋਰਸ ਕਰਦਾ ਕਿ ਤੁਸੀਂ ਐਟਲੀਸਟ ਸਾਲ ਦੇ ਵਿੱਚ ਐਟਲੀਸਟ 1 ਵੀਕ ਜਾਂ 2 ਵੀਕਸ ਦੀ ਵੋਕੇਸ਼ਨ ਲਵੋ। ਤਾਂ ਹੁਣ ਮੈਨੂੰ ਵੀ ਕਹਿ ਰਹੇ ਨੇ ਕਿ ਤੂੰ ਵੋਕੇਸ਼ਨ ਲੈ ਲਾ, ਬਟ ਮੈਂ ਹਜੇ ਨਹੀਂ ਲੈ ਰਿਹਾ, ਬਿਕੋਜ਼ ਮੈਨੂੰ ਇੱਕ ਵਾਰ ਫੀਸ ਵਗੈਰਾ ਡਨ ਕਰਦਾ ਹੈ ਨਾ, ਆਪਣੇ ਖਰਚੇ ਵਗੈਰਾ ਸੈੱਟ ਕਰ ਲਾਂ, ਫਿਰ ਆਪਾਂ ਵੋਕੇਸ਼ਨ ਲਵਾਂਗੇ। ਹੁਣ ਗਾਈਜ਼ ਇਹਦੇ ਵਿੱਚ ਤਾਂ ਇਹੀ ਆਪਣਾ ਬੈਨੀਫਿਟਸ, ਜ਼ਿਆਦਾ ਬੈਨੀਫਿਟਸ ਨਹੀਂ ਹੁੰਦੇ, ਇਹੀ ਬੈਨੀਫਿਟਸ ਹੁੰਦੇ ਆ। ਇਹ 'ਚ ਡਿਸਐਡਵਾਂਟੇਜ ਵੀ ਥੋੜ੍ਹੇ ਜ਼ਿਆਦਾ ਹੈਗੇ ਆ। ਹੁਣ ਗਾਈਜ਼ ਮੈਂ ਤੁਹਾਨੂੰ ਡਿਸਐਡਵਾਂਟੇਜ ਦੱਸਦਾ। ਲੋਕ ਕਹਿੰਦੇ ਆ ਸਿਕਿਉਰਿਟੀ ਜੋਬ ਬਹੁਤ ਈਜ਼ੀ ਆ। ਗਾਈਜ਼ ਇੱਦਾਂ ਨਹੀਂ ਹੈਗਾ। ਜਿਹੜੇ ਸਿਕਿਉਰਿਟੀ ਜੋਬ ਕਰਦੇ ਆ ਨਾ, ਕਦੀ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਦੇਖਿਓ ਕਿ ਲਾਈਕ ਗਾਈਜ਼ ਈਜ਼ੀ ਆ ਜੋਬ। ਇਟਸ ਨੋਟ ਈਜ਼ੀ ਗਾਈਜ਼। 12 ਘੰਟੇ ਜਿਹੜੀ ਸ਼ਿਫਟਾਂ ਹੁੰਦੀਆਂ ਨਾ ਗਾਈਜ਼, ਉਹ ਲਗਾਉਣੀਆਂ ਬਹੁਤ ਡਿਫੀਕਲਟ ਹੁੰਦਾ। ਤੁਹਾਡੇ ਕੋਲ ਕੁਛ ਜ਼ਿਆਦਾ ਕੰਮ ਨਹੀਂ ਹੁੰਦਾ। ਹੁਣ ਮੇਰੀ ਨਾਈਟ ਸ਼ਿਫਟ ਆ 12 AM to 12 PM। ਹੁਣ ਮੇਰਾ ਕੰਮ ਕੀ ਆ, CCTV ਦੇਖਣਾ, ਪੈਟਰੋਲਿੰਗ ਵਗੈਰਾ ਡਨ ਆ, CCTV ਦੇਖਣੀ ਆ ਗਾਈਜ਼। ਹੁਣ CCTV ਕਿੰਨਾ ਕੁ ਚਿਰ ਦੇਖ ਲਓਗੇ, ਘੰਟਾ 2 ਘੰਟਾ, ਕਿੰਨੇ ਕੈਮਰਾ ਗਾਈਜ਼, ਤੁਸੀਂ ਕੈਮਰਾ ਕਿੰਨੀ ਜ਼ਿਆਦਾ ਧਿਆਨ ਵੀ ਨਹੀਂ ਦੇ ਸਕਦੇ। ਨਾ ਤੁਸੀਂ ਜ਼ਿਆਦਾ ਫੋਨ ਚਲਾ ਸਕਦੇ ਹੋ, ਨਾ ਤੁਸੀਂ ਕੁਛ ਕਰ ਸਕਦੇ। ਫੋਨ ਤਾਂ ਅਲਾਉਡ ਵੀ ਨਹੀਂ ਹੁੰਦਾ। ਇਹ ਗੱਲ ਕਰੋ ਮੇਰੀ ਸਾਈਟ ਵਧੀਆ ਗਾ ਤਾਂ ਮੈਨੂੰ ਫੋਨ ਲਾਈਕ ਮੈਂ ਯੂਜ਼ ਕਰ ਸਕਦਾ, ਬਟ ਅਦਰਵਾਈਜ਼ ਯੂ ਕਾਂਟ ਈਵਨ ਯੂਜ਼ ਫੋਨ, ਠੀਕ ਆ। ਉੱਥੇ ਸ਼ਿਫਟ ਲੰਘਾਉਣੀ ਬਹੁਤ ਔਖੀ ਆ। ਤੁਹਾਨੂੰ ਨੀਂਦ ਆ ਰਹੀ ਹੁੰਦੀ, ਤੁਸੀਂ ਸੋ ਨਹੀਂ ਸਕਦੇ। ਕਦੇ ਵੀ ਤੁਹਾਡੇ ਉੱਤੇ ਇੰਸਪੈਕਸ਼ਨ ਹੋ ਸਕਦੀ ਆ, ਕੋਈ ਆ ਸਕਦਾ ਤੁਹਾਨੂੰ ਇੰਸਪੈਕਟ ਕਰਨ। ਈਵਨ ਮੇਰੇ ਸਿਰ 'ਤੇ ਕੈਮਰਾ ਲੱਗਿਆ ਹੋਇਆ ਗਾਈਜ਼, ਉਹ ਮੈਨੂੰ ਹੈ ਨਾ ਲਾਈਕ ਮੋਨੀਟਰਿੰਗ ਮੇਰੀ ਵੀ ਹੋ ਰਹੀ ਆ, ਤੁਸੀਂ ਸੋ ਨਹੀਂ ਸਕਦੇ। ਅਤੇ ਗਾਈਜ਼ ਹਾਰਸ਼ ਵੈਦਰਸ ਦੇ ਵਿੱਚ ਜੋਬ ਹੁੰਦੀ ਹੈ ਕਈ ਵਾਰ। ਇੱਕ ਹੁੰਦੀ ਹੈ ਇਨਡੋਰ, ਇੱਕ ਹੁੰਦੀ ਹੈ ਆਊਟਡੋਰ ਜੋਬ ਹੁੰਦੀ ਹੈ, ਜਿਹਦੇ ਵਿੱਚ ਤੁਸੀਂ ਸਨੋ ਦੇ ਵਿੱਚ, ਚਾਹੇ ਸਨੋ ਪੈ ਰਹੀ ਆ, ਚਾਹੇ ਮੀਂਹ ਪੈ ਰਿਹਾ, ਕੁਛ ਪੈ ਰਿਹਾ, ਤੁਸੀਂ ਬਾਹਰ ਜੋਬ ਕਰਨੀ ਹੀ ਕਰਨੀ ਆ, ਠੀਕ ਆ। ਉਸ ਦੇ ਵਿੱਚ ਤੁਸੀਂ ਗਿੱਲੇ ਹੋ ਜਾਂਦੇ ਹੋ, ਤੁਹਾਨੂੰ ਠੰਡ ਲੱਗ ਰਹੀ ਹੁੰਦੀ ਆ, ਬਟ ਸਟਿਲ ਯੂ ਹੈਵ ਟੂ ਡੂ ਦਾ ਜੋਬ, ਠੀਕ ਆ। ਤੁਹਾਨੂੰ ਪੇ ਮਿਲਦੀ ਆ ਕੰਮ ਕਰਨ ਦੀ, ਉਹਨਾਂ ਨੇ ਸਾਨੂੰ ਇਹ ਕਹਿਣਾ ਕਿ ਯੂ ਆਰ ਗੈਟਿੰਗ ਪੇਡ। ਇਹ ਹੋ ਗਈ ਆਪਣੀ ਹਾਰਸ਼ ਵੈਦਰ ਦੀ ਗੱਲ, ਹੈ ਨਾ। ਫਿਰ ਗੱਲ ਆ ਜਾਂਦੀ ਹੈ ਗਾਈਜ਼ ਫਾਇਰ ਦੀ। ਜਦੋਂ ਗਾਈਜ਼ ਤੁਹਾਡੀ ਸਪੋਜ਼ ਕਰੋ ਤੁਸੀਂ ਕਿਤੇ ਕੰਮ ਕਰ ਰਹੇ ਹੋ, ਤੁਹਾਡੀ ਆਪਣੇ ਹੀ ਐਮਪਲੋਈ ਨਾਲ ਨਹੀਂ ਬਣਦੀ, ਹੈ ਨਾ। ਲਾਈਕ ਜੋ ਵੀ ਤੁਹਾਡੇ ਉੱਥੇ ਕੋਵਰਕਰਸ ਨੇ, ਜਾਂ ਤੁਸੀਂ ਸਪੋਜ਼ ਕਰੋ ਕਾਰਪੋਰੇਟ ਸਿਕਿਉਰਿਟੀ ਨਾਲ ਕੰਮ ਕਰਦੇ ਹੋ, ਕਾਰਪੋਰੇਟ ਸਿਕਿਉਰਿਟੀ ਨਾਲ ਤੁਹਾਡੀ ਨਹੀਂ ਬਣਦੀ, ਉਹਨਾਂ ਨੇ ਇੱਕ ਈਮੇਲ ਪਾਉਣੀ ਆ, ਅਤੇ ਉਹ ਈਮੇਲ ਦੇ ਉੱਤੇ ਤੁਹਾਨੂੰ ਨਾਲ ਦੀ ਤੁਹਾਨੂੰ ਸਾਈਟ ਤੋਂ ਜਾਂ ਤਾਂ ਬੈਨ ਕਰ ਦਿੰਦੇ ਆ ਜਾਂ ਲੇ ਆਫ ਕਰ ਦਿੰਦੇ ਆ। ਗਾਈਜ਼ ਸਿਕਿਉਰਿਟੀ ਦੇ ਵਿੱਚ ਕਹਿੰਦੇ ਨਾ ਜੋਬ ਈਜ਼ੀ ਆ, ਈਜ਼ੀ ਨਹੀਂ ਹੁੰਦੀ। ਇਹਦੇ ਵਿੱਚ ਸਾਡੇ ਉੱਤੇ ਲਾਈਕ ਡਿਫੀਕਲਟਸ ਬਹੁਤ ਜ਼ਿਆਦਾ ਨੇ, ਸਾਡੇ ਉੱਤੇ ਰਿਸਕ ਬਹੁਤ ਜ਼ਿਆਦਾ, ਸਾਡੀ ਜੋਬ ਖਤਰੇ 'ਚ ਹੁੰਦੀ ਆ। ਪ੍ਰੋਬੇਸ਼ਨ ਤੋਂ ਬਾਅਦ ਵੀ ਸਾਡੀ ਜੋਬ ਫਿਕਸ ਨਹੀਂ ਹੁੰਦੀ ਗਾਈਜ਼। ਸਾਨੂੰ ਕਿਸੇ ਵੀ ਵਕਤ ਫਾਇਰ ਕਰ ਸਕਦੇ, ਲੇ ਆਫ ਕਰ ਸਕਦੇ ਆ। ਉਹਨਾਂ ਨੂੰ ਸਿਰਫ ਮਤਲਬ ਹੁੰਦਾ ਕਲਾਇੰਟ ਤੋਂ। ਇੱਕ ਵਾਰ ਕਲਾਇੰਟ ਨੇ ਈਮੇਲ ਪਾਤੀ ਕਿ ਸਾਨੂੰ ਆਹ ਬੰਦਾ ਨਹੀਂ ਚਾਹੀਦਾ, ਮਤਲਬ ਉਹਨੂੰ ਨਹੀਂ ਚਾਹੀਦਾ, ਤਾਂ ਉਹਨਾਂ ਨੇ ਤੁਹਾਨੂੰ ਫਾਇਰ ਕਰ ਦੇਣਾ ਜਾਂ ਲੇ ਆਫ ਕਰ ਦੇਣਾ ਉਸ ਸਾਈਡ ਤੋਂ। ਕੋਈ ਹੋਰ ਸਾਈਡ ਦੇ ਰਹਿਣਗੇ ਜਿੱਥੇ ਆਵਰਸ ਨਹੀਂ ਤੁਹਾਨੂੰ ਪੂਰੇ ਮਿਲਣਗੇ, ਪੇ ਨਹੀਂ ਸਹੀ ਮਿਲੂਗੀ, ਜਾਂ ਇੱਦਾਂ ਉੱਦਾਂ। ਦੂਜੀ ਗੱਲ, ਸੇਫਟੀ ਸ਼ੂਜ਼ ਪਾਉਣੇ ਪੈਂਦੇ ਕਈ ਸਾਈਟਸ 'ਤੇ। ਹੁਣ ਮੇਰੀ ਲਾਈਕ ਲੌਜਿਕਸ ਰੂਲ ਹੀ ਇਹ ਆ ਕਿ ਸੇਫਟੀ ਸ਼ੂਜ਼ ਪਾਉਣੇ ਆ। ਸੇਫਟੀ ਸ਼ੂਜ਼ ਪਾ ਕੇ ਗਾਈਜ਼ 12 ਘੰਟੇ ਦੀ ਜਾਂ 8 ਘੰਟੇ ਸ਼ਿਫਟਾਂ ਲਗਾਉਣਾ, 8 ਘੰਟੇ ਦੀਆਂ ਬਹੁਤ ਡਿਫੀਕਲਟ ਨਾ ਗਾਈਜ਼। ਸਟੈਂਡਿੰਗ ਜੋਬ ਹੁੰਦੀ ਆ, ਕਈ ਜਗ੍ਹਾ 'ਤੇ ਬੈਠਣ ਵਾਲੀ ਵੀ ਹੁੰਦੀ ਆ, ਬਟ ਕਈ ਜਗ੍ਹਾ 'ਤੇ ਖੜਨ ਵਾਲੀ ਵੀ ਹੁੰਦੀ ਆ। ਪਰ ਜਿੱਥੇ ਤੁਸੀਂ 8-9 ਘੰਟੇ ਖੜਨਾ ਨਾ, ਉਹ ਖੜਨਾ ਕਿ ਲਾਈਕ ਸਿਰਫ ਸਟੈਂਡਿੰਗ, ਤੁਸੀਂ ਹੋਰ ਕੁਛ ਨਹੀਂ ਕਰਨਾ। ਗਾਈਜ਼ ਉਦੋਂ ਪਤਾ ਲੱਗਦਾ ਕਿ ਸਿਕਿਉਰਿਟੀ ਜੋਬ ਈਜ਼ੀ ਆ ਕਿ ਹਾਰਡ ਆ। ਹੁਣ ਆਪਾਂ ਕਹਿੰਦੇ ਹਾਂ ਫੈਕਟਰੀ ਜੋਬ ਬਹੁਤ ਡਿਫੀਕਲਟ ਆ, ਮੰਨਦੇ ਫੈਕਟਰੀ ਜੋਬ ਡਿਫੀਕਲਟ ਆ, ਪਰ ਫੈਕਟਰੀ ਦੇ ਵਿੱਚ ਕੀ ਹੁੰਦਾ, ਫੈਕਟਰੀ ਦੇ ਵਿੱਚ ਜਾ ਕੇ ਕੰਮ ਕਰਦੇ ਹੋ ਨਾ ਜਦੋਂ, ਉਹਦੇ ਵਿੱਚ ਕੀ ਹੁੰਦਾ, ਤੁਸੀਂ ਤੁਰਦੇ ਫਿਰਦੇ ਰਹਿੰਦੇ ਹੋ, ਐਕਟੀਵਿਟੀ ਕਰਦੇ ਰਹਿੰਦੇ ਹੋ, ਤਾਂ ਤੁਹਾਨੂੰ ਥਕਾਵਟ ਨਹੀਂ ਹੁੰਦੀ। ਬਟ ਸਿਕਿਉਰਿਟੀ ਦੇ ਵਿੱਚ 12 ਘੰਟੇ ਖੜ੍ਹਨਾ, 12 ਘੰਟੇ ਬੈਠਣਾ, ਇੱਧਰ ਉੱਧਰ ਫਿਰ ਨਹੀਂ ਸਕਦੇ, ਉਦੋਂ ਤੁਸੀਂ ਥੱਕ ਜਾਂਦੇ ਹੋ, ਨੀਂਦ ਆਉਣ ਲੱਗ ਜਾਂਦੀ ਆ, ਸੋ ਨਹੀਂ ਸਕਦੇ, ਤੁਹਾਨੂੰ ਮੈਮੋ ਬੁੱਕ ਮੇਨਟੇਨ ਕਰਨੀ ਪੈਂਦੀ ਆ, ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ। ਉਦੋਂ ਤੁਹਾਨੂੰ ਪਤਾ ਲੱਗਦਾ ਕਿ ਹਾਂ ਇਹ ਵੀ ਡਿਫੀਕਲਟ ਆ। ਗਾਈਜ਼ ਤੁਹਾਨੂੰ ਬਹੁਤ ਲੋਕ ਕਹਿੰਦੇ ਆ ਕਿ ਹੈ ਨਾ ਆਪਾਂ ਅਸਾਈਨਮੈਂਟ ਵਗੈਰਾ ਕਰ ਸਕਦੇ ਹਾਂ, ਇੱਦਾਂ ਨਹੀਂ ਹੁੰਦਾ। ਤੁਸੀਂ ਲੈਪਟਾਪ ਵਗੈਰਾ ਨਹੀਂ ਕੈਰੀ ਕਰ ਸਕਦੇ ਆਪਣੀ ਜੋਬ 'ਤੇ, ਫ਼ੋਨ 'ਤੇ ਅਸਾਈਨਮੈਂਟ ਬਣਦੀ ਹੀ ਨਹੀਂ, ਠੀਕ ਆ। ਜੇ ਤੁਸੀਂ ਫ਼ੋਨ 'ਤੇ ਬਣਾਉਂਦੇ ਵੀ ਹੋ, ਫ਼ੋਨ ਤੁਸੀਂ ਜ਼ਿਆਦਾ ਚਲਾ ਨਹੀਂ ਸਕਦੇ। ਹੁਣ ਜੇ ਤੁਸੀਂ ਜ਼ਿਆਦਾ ਫ਼ੋਨ ਚਲਾਓਗੇ, ਉਹਨਾਂ ਨੇ ਤੁਹਾਨੂੰ ਦੇਖ ਲਿਆ ਕੈਮਰੇ ਦੇ ਵਿੱਚ ਕਿ ਫ਼ੋਨ ਯੂਜ਼ ਕਰ ਰਿਹਾ, ਤਾਂ ਤੁਹਾਨੂੰ ਫਾਇਰ ਕਰ ਦਿੰਦੇ ਆ। ਹੁਣ ਗਾਈਜ਼ ਮੈਂ ਫ਼ੋਨ ਕਿਵੇਂ ਚਲਾ ਰਿਹਾ, ਤੁਸੀਂ ਕਹਿੰਦੇ ਹੋ ਕਿ ਤੁਸੀਂ ਕਹਿ ਰਹੇ ਹੋਗੇ ਕਿ ਤੂੰ ਵੀਡੀਓ ਕਿਵੇਂ ਬਣਾ ਰਿਹਾ ਫਿਰ 20-20 30-30 ਮਿੰਟਾਂ ਦੀ। ਮੇਰਾ ਫ਼ੋਨ ਮੋਨੀਟਰ ਦੇ ਸਾਹਮਣੇ ਆ। ਹੁਣ ਤੁਸੀਂ ਮੇਰੀ ਸਪੈਕਟੀਕਲਸ ਦੇਖ ਸਕਦੇ ਹੋ, ਮੇਰੀ ਸਪੈਕਸ ਹੁਣ ਨਹੀਂ ਦਿਖ ਰਿਹਾ, ਦੇਖ ਲਓ ਮੈਂ ਦਿਖਾ ਦਿੰਦਾ ਕਿ ਸਾਹਮਣੇ ਮੈਂ CCTV ਦੇਖ ਰਿਹਾ, ਅਤੇ ਮੇਰਾ ਫ਼ੋਨ ਬਿਲਕੁਲ ਮੋਨੀਟਰ ਦੇ ਇੱਦਾਂ ਰੱਖਿਆ ਹੋਇਆ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ
ਕਿ ਮੈਂ CCTV ਦੇਖ ਰਿਹਾ ਜਾਂ ਲਾਈਕ फ़ोन यूज़ ਕਰ ਰਿਹਾ, ਅਤੇ ਉਹਨਾਂ ਨੂੰ ਸਿਰਫ ਮੇਰਾ ਚਿਹਰਾ ਦਿਖਦਾ, ਹੋਰ ਉਹਨਾਂ ਨੂੰ ਕੁਛ ਨਹੀਂ ਦਿਖ ਰਿਹਾ। ਕਿ ਉਹ ਵੀ ਮੇਰਾ ਐਂਗਲ ਇਸ ਤਰ੍ਹਾਂ ਦਿਖਦਾ ਕਿ ਜੇ ਮੈਂ ਬੋਲ ਵੀ ਰਿਹਾ ਤਾਂ ਵੀ ਨਹੀਂ ਪਤਾ ਲੱਗ ਰਿਹਾ ਕਿ ਬੋਲ ਰਿਹਾ। ਤਾਂ ਗਾਇਸ ਇੱਦਾਂ ਹੁੰਦਾ। ਸਿਕਿਉਰਿਟੀ ਜੋਬ ਬਹੁਤ ਡਿਫੀਕਲਟ ਹੁੰਦੀ ਆ। ਤੁਹਾਨੂੰ ਕਿਸੇ ਵਕਤ ਫਾਇਰ ਕਰ ਸਕਦੇ ਆ, ਠੰਡ ਦੇ ਵਿੱਚ ਵੀ ਕੰਮ ਕਰਨਾ ਪੈਂਦਾ। ਟਰਾਂਜ਼ਿਟ ਦੇ ਤੁਹਾਨੂੰ ਲਾਈਕ ਤੁਸੀਂ 15 ਮਿੰਟ ਜੋਬ ਤੋਂ ਪਹਿਲਾਂ ਪਹੁੰਚਣਾ ਹੁੰਦਾ, ਚੈੱਕ ਇਨ ਕਰਨਾ ਹੁੰਦਾ। ਜੇ ਲੇਟ ਪਹੁੰਚੇ ਤਾਂ ਤੁਹਾਨੂੰ ਫਾਇਰ ਕਰ ਦਿੰਦੇ ਆ, ਜਲਦੀ ਛੱਡਿਆ ਤਾਂ ਫਾਇਰ ਕਰ ਦਿੰਦੇ ਆ। ਕੋਵਰਕਰਸ ਨਾਲ ਬਣਾ ਕੇ ਰੱਖਣੀ ਪੈਂਦੀ ਆ। ਜੇ ਤੁਸੀਂ ਫਲੋਟਰ ਹੋ, ਤੁਹਾਨੂੰ ਕਿਸੇ ਵੀ ਟਾਈਮ ਕਾਲ ਕਰਕੇ ਬੁਲਾ ਲੈਂਦੇ ਆ, ਤੁਹਾਨੂੰ ਜਾਣਾ ਪੈਂਦਾ। ਜੇ ਤੁਸੀਂ ਨਹੀਂ ਜਾਂਦੇ ਫਿਰ ਧਮਕੀ ਮਿਲ ਜਾਂਦੀ ਆ ਕਿ ਤੁਹਾਨੂੰ ਅਸੀਂ ਫਾਇਰ ਕਰ ਰਹੇ ਹਾਂ, ਇੱਦਾਂ ਉੱਦਾਂ। ਤਾਂ ਸੋ ਗਾਈਜ਼ ਇਹੀ ਸੀਗਾ ਆਲ ਅਬਾਊਟ ਸਿਕਿਉਰਿਟੀ। ਈਜ਼ੀ ਆ ਜੋਬ, ਚਿੱਲ ਮਾਰੋ ਗਾਈਜ਼, ਟੈਨਸ਼ਨ ਲੈਣ ਦੀ ਲੋੜ ਨਹੀਂ। ਇਸ ਲਾਈਕ ਮੈਂ ਤਾਂ ਹਰ ਇੱਕ ਨੂੰ ਕਹਿੰਦਾ ਕਿ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲੈ। ਇਹਦੇ ਵਿੱਚ ਜੋਬ ਈਜ਼ੀ ਹੁੰਦੀ ਆ। ਫੈਕਟਰੀ ਦੇ ਵਿੱਚ ਜੋਬ ਈਜ਼ੀਲੀ ਨਹੀਂ ਮਿਲਦੀ ਜਾਂ ਕੋਈ ਹੋਰ ਜੋਬ ਈਜ਼ੀਲੀ ਨਹੀਂ ਮਿਲਦੀ। ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲਓ, ਜੋਬ ਲਵੋ, ਸਿਕਿਉਰਿਟੀ ਗਾਰਡ ਦਾ ਐਕਸਪੀਰੀਅੰਸ ਗੇਨ ਕਰੋ, ਸਾਲ 1.5 ਸਾਲ ਦਾ। ਫਿਰ ਪ੍ਰਮੋਸ਼ਨ ਲੈ ਕੇ ਸੁਪਰਵਾਈਜ਼ਰ ਦਾ ਲਵੋ, ਸੁਪਰਵਾਈਜ਼ਰ ਸਾਲ 1.5 ਸਾਲ ਦਾ ਲਗਾ ਕੇ ਆਪਣੀ PR ਲੈ ਕੇ ਡਨ ਕਰੋ। ਸੋ ਗਾਈਜ਼ ਇਹੀ ਸੀਗਾ, ਦਿਸ ਇਜ਼ ਆਲ ਅਬਾਊਟ ਸਿਕਿਉਰਿਟੀ। ਸੋ ਗਾਈਜ਼ ਇਫ ਯੂ ਹੈਵ ਐਨੀ ਲਾਈਕ ਕੁਐਸਚਨਸ ਰਿਗਾਰਡਿੰਗ ਸਿਕਿਉਰਿਟੀ ਕਿ ਕਿੱਦਾਂ ਆਪਾਂ ਸਿਕਿਉਰਿਟੀ ਜੋਬ ਅਪਲਾਈ ਕਰ ਸਕਦੇ ਹਾਂ, ਮੇਰੀ ਇਹ ਵਾਲੀ ਵੀਡੀਓ ਤੋਂ ਤੁਸੀਂ ਦੇਖ ਹੀ ਲਈ। ਬਟ ਤੁਹਾਨੂੰ ਕੋਈ ਹੋਰ ਡਿਟੇਲ ਚਾਹੀਦੀ ਹੋਈ ਸਿਕਿਉਰਿਟੀ ਦੀ, ਰੈਫਰੈਂਸ ਵਗੈਰਾ ਚਾਹੀਦੀ ਹੋਈ ਤਾਂ ਮੈਨੂੰ ਜ਼ਰੂਰ ਦੱਸਿਓ। ਯੂ ਕੈਨ ਕੰਟੈਕਟ ਮੀ ਔਨ ਮਾਈ ਇੰਸਟਾਗ੍ਰਾਮ। ਮੈंने ਆਪਣਾ ਇੰਸਟਾਗ੍ਰਾਮ ਦਾ ਲਾਈਕ ਯੂਜ਼ਰ ਨੇਮ ਵੀਡੀਓ ਦੇ ਵਿੱਚ ਪਾਤਾ, ਲਿੰਕ ਡਿਸਕ੍ਰਿਪਸ਼ਨ 'ਚ ਵੀ ਪਾਤਾ ਆਪਣੀ ID ਦਾ। ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਕੰਟੈਕਟ ਕਰ ਸਕਦੇ ਹੋ। ਕੋਈ ਵੀ ਕੁਐਸਚਨ ਰਿਗਾਰਡਿੰਗ ਸਿਕਿਉਰਿਟੀ ਜਾਂ ਕੋਈ ਹੋਰ ਚੀਜ਼ ਦੇ ਲਾਈਕ ਕੋਈ ਵੀ ਅਦਰ ਜੋਬ, ਫੈਕਟਰੀ ਜੋਬ ਜਾਂ ਵਟਸੋਐਵਰ, ਸਟੱਡੀ ਦੇ ਰਿਗਾਰਡਿੰਗ, ਕੈਨੇਡਾ ਦੇ ਵਿੱਚ ਕੁਛ ਵੀ ਲਾਈਕ ਤੁਹਾਨੂੰ ਪ੍ਰੋਬਲਮ ਆ ਰਹੀ ਆ ਜਾਂ ਤੁਹਾਨੂੰ ਕੋਈ ਸੋਲਿਊਸ਼ਨ ਚਾਹੀਦਾ ਮੇਰੇ ਤੋਂ ਜਾਂ ਕੋਈ ਕੁਐਸਚਨ ਆ ਰਿਹਾ ਮਾਈਂਡ ਦੇ ਵਿੱਚ, ਤੁਸੀਂ ਮੈਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਇੰਸਟਾਗ੍ਰਾਮ 'ਤੇ। ਮੈਂ ਜ਼ਰੂਰ ਉਹਦਾ ਰਿਪਲਾਈ ਦੂੰਗਾ। ਅਤੇ ਤੁਸੀਂ ਲਾਈਕ ਇਫ ਯੂ ਹੈਵ ਐਨੀ ਅਦਰ ਟਾਈਮ ਕੁਐਸਚਨਸ ਔਰ ਸਮਥਿੰਗ, ਯੂ ਕੈਨ ਕੰਟੈਕਟ ਮੀ ਔਨ ਇੰਸਟਾਗ੍ਰਾਮ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ। I will definitely revert you back. This is all about this video, guys. If you like this video, please hit the like button, subscribe my channel, comment below what you want next or what you have if you have any questions or something. So guys, don't forget to subscribe my channel, hit the bell icon. So मिलते हैं एक छोटे से ब्रेक के बाद। बने रहिए सिंगला TV के साथ।